ਜਿਨ੍ਹਾਂ ਨੇ ਫਾਈਲਸ ਲਾਈਆਂ ਹੈਗੀਆਂ ਕੋਵਿਡ ਦੇ ਕਰਕੇ ਕਾਫੀ ਡਿਲੇ ਆ ਕੰਮ, ਉਹ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਟਾਈਮ ਉਹਨਾਂ ਨੂੰ ਹਲੇ ਹੋਰ ਵੇਟ ਕਰਨੀ ਪਊਗੀ? ਜਿਹੜੇ ਸਟੂਡੈਂਟਸ ਨੂੰ ਵੀਜ਼ਾ ਮਿਲਿਆ ਹੋਇਆ ਉਹ ਟਰੈਵਲ ਕਰ ਸਕਦੇ ਨੇ ਕੈਨੇਡਾ। ਸੋ ਇੱਥੇ ਆ ਕੇ ਬੱਚਿਆਂ ਨੂੰ ਇਹ ਬਹੁਤ ਮੁਸ਼ਕਲਾਂ ਆਉਂਦੀਆਂ ਕਿ ਉਹਨਾਂ ਦੀਆਂ ਫੀਸਿਸ ਨਹੀਂ ਪੂਰੀਆਂ ਮੇਰੇ ਖਿਆਲ ਕਾਫੀ ਕੇਸ ਆ ਜਿਹੜੇ ਬੱਚੇ ਰਿਪੋਰਟ ਵੀ ਕੀਤੇ ਗਏ ਕਿ ਕੰਮ ਵੱਧ ਕਰਦੇ ਸੀ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਵੇ ਟੂ ਗੋ। ਜਦੋਂ ਅਸੀਂ ਵੇ ਟੂ ਗੋ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਡੇ ਕੋਲ ਲੈ ਕੇ ਆਉਂਦੇ ਹਾਂ ਤੇ ਜਦੋਂ ਖਾਸ ਕਰਕੇ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਤੇ ਬਹੁਤ ਸਾਰੇ ਸਵਾਲ ਹੁੰਦੇ ਆ ਜਿਨ੍ਹਾਂ ਦੇ ਸਾਨੂੰ ਸਹੀ ਜਵਾਬਾਂ ਦੀ ਲੋੜ ਹੁੰਦੀ ਹੈ। ਜਵਾਬ ਤੇ ਅਸੀਂ ਕਿਤੇੋਂ ਵੀ ਲੈ ਸਕਦੇ ਹਾਂ, ਪਰ ਕਿਸੇ ਸੁਲਝੇ ਹੋਏ ਇਨਸਾਨ ਨੂੰ ਲਿਆ ਕੇ ਉਹਨਾਂ ਕੋਲੋਂ ਸਵਾਲ ਜਵਾਬ ਤੁਹਾਡੇ ਤੱਕ ਲੈ ਕੇ ਆਉਣੇ ਤਾਂ ਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਇਹ ਸਾਡਾ ਫਰਜ਼ ਬਣਦਾ। CWC ਇਮੀਗ੍ਰੇਸ਼ਨ ਨੂੰ ਤੁਸੀਂ ਬਾਖੂਬ ਜਾਣਦੇ ਹੋ। ਅਮਨ ਖਹਿਰਾ ਇੱਕ ਨਾਂ ਆ ਜਿੱਥੇ ਤੁਹਾਨੂੰ ਵਿਸ਼ਵਾਸ ਹੁੰਦਾ ਕਿ ਤੁਹਾਨੂੰ ਸਹੀ ਸਲਾਹ ਦਿੱਤੀ ਜਾਵੇਗੀ। ਸੋ ਇੰਟਰਨੈਸ਼ਨਲ ਸਟੂਡੈਂਟਸ ਦੀ ਜਦੋਂ ਗੱਲ ਕਰਦੇ ਆ ਬਹੁਤ ਸਾਰੇ ਸਵਾਲ ਹੁੰਦੇ ਆ। ਪੇਰੈਂਟਸ ਫਿਕਰਮੰਦ ਵੀ ਹੁੰਦੇ ਆ ਕਿ ਸਾਡੇ ਬੱਚਿਆਂ ਨੇ ਦੂਜੇ ਮੁਲਕ ਦੇ ਵਿੱਚ ਜਾਣਾ, ਇਹਨਾਂ ਨੂੰ ਗਾਈਡ ਕਰਨ ਵਾਲਾ ਸਲਾਹ ਦੇਣ ਵਾਲਾ ਕੋਈ ਇਨਸਾਨ ਸੁਲਝਿਆ ਹੋਇਆ ਹੋਣਾ ਚਾਹੀਦਾ, ਜਿਹਨੂੰ ਇੱਥੇ ਦੇ ਕਾਨੂੰਨਾਂ ਦਾ, ਜਿਹਨੂੰ ਇੱਥੇ ਦੇ ਇਮੀਗ੍ਰੇਸ਼ਨ ਬਾਰੇ ਪੂਰੀ ਨੌਲੇਜ ਹੋਵੇ। ਸੋ ਅੱਜ ਉਹਨਾਂ ਨੇ ਸਾਡੇ ਸਟੂਡੀਓ ਦੇ ਵਿੱਚ ਸਾਨੂੰ ਟਾਈਮ ਦਿੱਤਾ ਆ ਤੇ ਉਹਨਾਂ ਦੇ ਕੋਲੋਂ ਅੱਜ ਖਾਸ ਗੱਲਬਾਤ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਤੇ ਹੀ ਕਰਾਂਗੇ। ਸੋ ਆਓ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਅਮਨ ਜੀ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਥੈਂਕ ਯੂ ਫॉर योर ਟਾਈਮ। ਵਧੀਆ ਲੱਗਦਾ ਔਰ ਇਨਫੋਰਮੇਸ਼ਨ ਬਹੁਤ ਹੁੰਦੀ ਹੈ ਜਿਹੜੀ ਸਾਡੀ ਸਾਂਝੀ ਕਰਨ ਵਾਲੀ ਹੁੰਦੀ, ਕਿਉਂਕਿ ਲੋਕੀ ਵੀ ਬਹੁਤ ਸਾਰੇ ਮੈਸੇजेस ਕਰਦੇ ਆ, ਈਮੇਲਸ ਕਰਦੇ ਆ, ਖਾਸ ਕਰਕੇ ਜਿਹੜੇ ਪੇਰੈਂਟਸ ਆ ਜਦੋਂ ਬੱਚੇ ਬਾਹਰਲੇ ਮੁਲਕ 'ਚ ਘੱਲਣੇ ਆ। ਸੋ ਅੱਜ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਤੇ ਹੀ ਗੱਲ ਕਰਾਂਗੇ। ਠੀਕ ਹੈ। ਸੋ ਪੈਂਡੈਮਿਕ ਤੋਂ ਪਹਿਲਾਂ ਬਹੁਤ ਸਾਰੇ ਬੱਚੇ ਆਨਲਾਈਨ ਸਟੱਡੀ ਕਰ ਰਹੇ ਸੀ ਜਿਨ੍ਹਾਂ ਦੇ ਵੀਜ਼ੇ ਇਸ਼ੂ ਹੋਏ ਸੀ ਔਰ ਹੁਣ ਉਹ ਬੱਚੇ ਇਹਨਾਂ ਮੁਲਕਾਂ 'ਚ ਆ ਰਹੇ ਕਿਉਂਕਿ ਫਲਾਈਟਸ 에ਅਰਲਾਈਨਸ ਖੁੱਲ ਗਈਆਂ ਆ। ਸੋ ਗਾਈਡਲਾਈਨਸ ਵੀ ਕਾਫੀ ਜਿਹੜੀਆਂ ਰਿਸਟ੍ਰਿਕਸ਼ਨ ਸੀ ਉਹ ਕਾਫੀ ਢਿੱਲ ਮਿਲ ਗਈ ਹੈਗੀ ਆ। ਤੇ ਹੁਣ ਕੀ ਚੱਲ ਰਿਹਾ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜੇ ਇੱਥੇ ਆ ਰਹੇ ਹੈਗੇ ਆ ਜਾਂ ਜਿਨ੍ਹਾਂ ਦੇ ਹੱਲੇ ਪ੍ਰੋਸੈਸਿੰਗ ਦੇ ਵਿੱਚ ਵੀਜ਼ੇ ਆ? ਸੋ ਇੱਥੋਂ ਅਸੀਂ ਸ਼ੁਰੂਆਤ ਕਰਦੇ ਹਾਂ। ਜੀ ਬਿਲਕੁਲ, ਜਿਹੜੇ ਸਟੂਡੈਂਟਸ ਨੂੰ ਵੀਜ਼ਾ ਮਿਲਿਆ ਹੋਇਆ ਉਹ ਟਰੈਵਲ ਕਰ ਸਕਦੇ ਨੇ ਕੈਨੇਡਾ। ਜੀ ਟਰੈਵਲ ਰਿਸਟ੍ਰਿਕਸ਼ਨ ਐਗਜ਼ਿਸਟ ਕਰਦੀਆਂ ਨੇ ਬਟ ਉਹ ਐਗਜ਼ੈਂਪਟਡ ਜਿਹੜੇ ਕੈਟਾਗਰੀ ਉਹਦੇ ਵਿੱਚ ਆਉਂਦੇ ਨੇ। ਉਹਦੇ 'ਚ ਉਹਨਾਂ ਨੂੰ ਸਿਰਫ ਇਹ ਕੰਡੀਸ਼ਨ ਪੂਰੀ ਕਰਨੀ ਪੈਂਦੀ ਹੈ ਵੀ ਜਿਹੜਾ ਉਹਨਾਂ ਦਾ ਕਾਲਜ ਹੈਗਾ ਉਹਨਾਂ ਕੋਲ ਇੱਕ ਜਿਹੜੀ ਰੈਡੀਨੈਸ ਪਲਾਨ ਹੈ ਉਹ ਹੋਣਾ ਚਾਹੀਦਾ। ਤੋ ਜਿਹੜੇ ਅਪਰੂਵਡ ਕਾਲਜਸ ਨੇ DLI ਨੰਬਰ ਵਾਲੇ ਕਾਲਜਸ ਨੇ ਜਿਹੜੇ ਅਪਰੂਵ ਹੋ ਚੁੱਕੇ ਨੇ ਇਮੀਗ੍ਰੇਸ਼ਨ ਵੱਲੋਂ, ਵੈਬਸਾਈਟ ਤੇ ਉਹਨਾਂ ਨੇ ਇਮੀਗ੍ਰੇਸ਼ਨ ਨੇ ਪਾ ਚੁੱਕੇ ਨੇ ਵੀ ਕਿਹੜੇ ਕਾਲਜਸ ਜਿਹੜੇ ਨੇ ਅਪਰੂਵਡ ਨੇ ਜਿਨ੍ਹਾਂ ਦਾ ਰੈਡੀਨੈਸ ਪਲਾਨ ਅਪਰੂਵਡ ਹੈ। ਤੋ ਜੇ ਸਟੂਡੈਂਟ ਉਹਨਾਂ ਕਾਲਜਸ ਦੇ ਵਿੱਚ ਆ ਕੇ ਪੜ੍ਹ ਰਿਹਾ ਤਾਂ ਉਹ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ। ਉਹਨਾਂ ਦੇ ਸਿੰਪਟਮ ਆਫ ਕੋਰਸ ਨਹੀਂ ਹੋਣੇ ਚਾਹੀਦੇ, ਪਲੱਸ ਉਹਨਾਂ ਨੂੰ ਟੈਸਟ ਕਰਾਉਣਾ ਪੈਂਦਾ ਕੋਵਿਡ ਦਾ ਬਿਫੋਰ ਦੇ ਕਮ ਟੂ ਕੈਨੇਡਾ। ਸੋ ਉਹ ਸਾਰੀਆਂ ਚੀਜ਼ਾਂ ਤਾਂ ਨਾਲ ਹੀ ਨੇ ਇਹਦੇ, ਬਟ ਜਿਵੇਂ ਕੈਨੇਡਾ ਆਉਣ ਲਈ ਉਹਨਾਂ ਨੂੰ ਪੂਰੀ ਇਜਾਜ਼ਤ ਹੈਗੀ ਆ ਜਿਹੜੇ ਸਟੂਡੈਂਟਸ ਕੈਨੇਡਾ ਆਏ ਹੋਏ ਨੇ। ਜੀ ਤੇ ਹੁਣ ਜਿਹੜੇ ਆਨਲਾਈਨ ਸਟੱਡੀ ਕਰਦੇ ਸੀ ਉਹ ਤੇ ਉਹਨਾਂ ਨੂੰ ਹੁਣ ਹੈਗੀ ਆ ਕਿ ਉਹ ਆ ਸਕਦੇ, ਉਹਨਾਂ ਦੇ ਵੀਜ਼ੇ ਵੀ ਇਸ਼ੂ ਹੋਏ ਆ, ਪਰ ਹੁਣ ਜਿਨ੍ਹਾਂ ਨੇ ਫਾਈਲਸ ਲਾਈਆਂ ਹੈਗੀਆਂ ਕੋਵਿਡ ਦੇ ਕਰਕੇ ਕਾਫੀ ਡਿਲੇ ਆ ਕੰਮ, ਉਹ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਟਾਈਮ ਉਹਨਾਂ ਨੂੰ ਹਲੇ ਹੋਰ ਵੇਟ ਕਰਨੀ ਪਊਗੀ? ਡਿਪੈਂਡ ਕਰੂਗਾ ਜੀ। ਜਿਵੇਂ ਪਿੱਛੇ ਇੰਡੀਆ 'ਚ ਜਿਵੇਂ ਆਪਾਂ ਦੇਖਿਆ ਸੀਗਾ ਪਿਛਲੇ ਕੁਝ ਸਮੇਂ ਦੇ ਵਿੱਚ ਆਕਸੀਜਨ ਦੀ ਕਮੀ ਹੋਣ ਕਰਕੇ ਕਾਫੀ ਜਿਹੜੇ ਆਫਿਸਿਸ ਸੀ ਉਹ ਕੰਪਲੀਟਲੀ ਬੰਦ ਹੀ ਹੋ ਗਏ ਸੀ। ਜੀ ਈਵਨ ਦੋ ਜਿਹੜੀ ਇਮੀਗ੍ਰੇਸ਼ਨ ਜਿਹੜੀ ਉਸ ਪਰਟੀਕੂਲਰ ਵੀਜ਼ਾ ਪੋਸਟ ਤੇ ਐਪਲੀਕੇਸ਼ਨ ਸੀਗੀਆਂ ਉਹ ਡਿਫਰੈਂਟ ਵੀਜ਼ਾ ਪੋਸਟ ਤੇ ਭੇਜੀਆਂ ਗਈਆਂ ਆਲ ਅਕ੍ਰੋਸ ਦ ਵਰਲਡ ਤੇ ਉਹਨਾਂ ਨੂੰ ਪ੍ਰੋਸੈਸ ਕੀਤਾ ਗਿਆ ਆਨਲਾਈਨ ਐਪਲੀਕੇਸ਼ਨਸ ਨੂੰ। ਬਟ ਕਿਉਂਕਿ ਨੰਬਰ ਬਹੁਤ ਜ਼ਿਆਦਾ ਹੁੰਦਾ, ਜਿਹੜੀ ਨੰਬਰ ਆਫ ਇੰਡੀਵਿਜੂਅਲ ਜਿਹੜੇ ਇੰਡੀਆ ਤੋਂ ਖਾਸ ਕਰਕੇ ਆਉਣਾ ਚਾਹੁੰਦੇ ਨੇ ਉਹ, ਕਿਉਂਕਿ ਇੰਡੀਆ ਇੱਕ ਵਨ ਆਫ ਦ ਲੀਡਿੰਗ ਜਿਹੜੀ ਕੰਟਰੀ ਹੈ ਜਿੱਥੋਂ ਮੋਸਟ ਆਫ ਦ ਨਿਊ ਇਮੀਗ੍ਰੈਂਟਸ ਜਿਹੜੇ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ। ਸੋ ਇਸ ਕਰਕੇ ਉੱਥੋਂ ਦੀ ਜਿਹੜੀ ਨੰਬਰ ਆਫ ਐਪਲੀਕੇਸ਼ਨਸ ਵਧਣ ਕਰਕੇ ਜਿਹੜਾ ਡਿਲੇ ਸੀਗਾ ਉਹ ਅੱਜ ਵੀ ਐਗਜ਼ਿਸਟ ਕਰਦਾ। ਅੱਜ ਵੀ ਜੇ ਕਿਸੇ ਸਟੂਡੈਂਟ ਨੇ ਆਉਣਾ ਹੈਗਾ, ਸਰਕਾਰ ਦੀ ਕਮਿਟਮੈਂਟ ਤਾਂ ਹੈਗੀ ਵੀ ਵਿਦਿਨ 2 to 3 ਵੀਕਸ ਉਹਨਾਂ ਦਾ ਡਿਸੀਜਨ ਹੋ ਜੇ, ਪਰ ਕਈ ਵਾਰ ਉਹ ਨਹੀਂ ਪੋਸੀਬਲ ਹੁੰਦਾ। ਇਹ ਸਿਮਿਲਰਲੀ ਜਿਹੜੇ ਵਰਕ ਪਰਮਿਟ ਤੇ ਇੰਡੀਆ ਤੋਂ ਅਪਲਾਈ ਕਰਦੇ ਨੇ ਉਹਨਾਂ ਦਾ ਵੀ ਜਿਹੜਾ ਡਿਸੀਜਨ ਹੈਗਾ ਉਹ ਤਕਰੀਬਨ 8 ਮਹੀਨੇ ਦਾ ਵੇਟਿੰਗ ਟਾਈਮ ਹੈ। 8 ਮੰਥਸ ਲੱਗ ਜਾਂਦੇ ਨੇ ਜੇ ਤੁਸੀਂ ਅੱਜ ਐਪਲੀਕੇਸ਼ਨ ਕਰਦੇ ਹੋ। ਵੇਅਰ ਐਜ਼ ਕਈ ਡਿਫਰੈਂਟ ਹੋਰ ਕੰਟਰੀਜ਼ ਨੇ ਜਿੱਥੋਂ ਕੋਈ ਵਰਕ ਪਰਮਿਟ ਹੋਲਡਰ ਜਾਂ ਸਟੂਡੈਂਟ ਅਪਲਾਈ ਕਰਦਾ ਉਹਨਾਂ ਦਾ ਡਿਸੀਜਨ ਜਿਹੜਾ ਹੈਗਾ 2 ਤੋਂ 3 ਹਫ਼ਤੇ ਦੇ ਵਿੱਚ
ਆ ਜਾਂਦਾ ਸੋ ਵਿਦਿਨ 30 ਡੇਜ਼ ਜਿਵੇਂ ਕਿ ਇੱਕ ਨਾਰਮਲ ਪ੍ਰੋਸੈਸਿੰਗ ਟਾਈਮ ਹੈ ਉਹ ਚੀਜ਼ ਕੰਪਲਾਈ ਕੀਤੀ ਜਾਂਦੀ ਹੈ। ਪਰ ਇੰਡੀਆ 'ਚ ਬਿਕੋਜ਼ ਆਫ ਕੋਵਿਡ, ਬਿਕੋਜ਼ ਆਫ ਜਿਹੜੀ ਲਾਰਜ ਨੰਬਰ ਆਫ ਐਪਲੀਕੇਸ਼ਨਸ, ਤਾਂ ਫਿਰ ਜਿਹੜਾ ਡਿਲੇ ਸੀਗਾ ਇਹ ਆਇਆ ਸੀਗਾ ਤੇ ਹੁਣ ਵੀ ਉਹ ਐਗਜ਼ਿਸਟ ਕਰਦਾ ਤੇ ਰਹੂਗਾ ਵੀ ਥੋੜੀ ਦੇਰ ਜੀ। ਤੇ ਹੁਣ ਜਿਹੜਾ ਕੋਵਿਡ ਦੇ ਦੌਰਾਨ ਜਿਹੜਾ ਸਰਕਮਸਟੈਂਸਸ ਸਾਰੇ ਚੇਂਜ ਹੋ ਗਏ ਆ, ਪਹਿਲਾਂ ਵਾਂਗ ਬੱਚਿਆਂ ਨੂੰ ਜਿਹੜਾ ਕੰਮ ਵੀ ਇੰਨੇ ਨਹੀਂ ਮਿਲ ਰਹੇ ਹੈਗੇ ਤੇ ਤੁਹਾਨੂੰ ਪਤਾ ਕਿ ਜਦੋਂ ਬੱਚੇ ਇਹਨਾਂ ਕੰਟਰੀਆਂ 'ਚ ਆਉਂਦੇ ਉਹਨਾਂ ਨੇ ਆਪਣੀ ਫੀਸ ਅਫੋਰਡ ਆਪ ਹੀ ਕਰਨੀ ਹੁੰਦੀ ਆ। ਕਈ ਵਾਰੀ ਪਰਿਵਾਰ ਪਿੱਛੋਂ ਨਹੀਂ ਅਫੋਰਡ ਕਰ ਸਕਦਾ ਕਿਉਂਕਿ ਜੋ ਉੱਥੇ ਦੇ ਹਾਲਾਤ ਆ ਉਹ ਵੀ ਸਾਨੂੰ ਪਤਾ ਆ। ਸੋ ਇੱਥੇ ਆ ਕੇ ਬੱਚਿਆਂ ਨੂੰ ਇਹ ਬਹੁਤ ਮੁਸ਼ਕਲਾਂ ਆਉਂਦੀਆਂ ਕਿ ਉਹਨਾਂ ਦੀਆਂ ਫੀਸਿਸ ਨਹੀਂ ਪੂਰੀਆਂ ਹੁੰਦੀਆਂ। ਉਹਨਾਂ ਨੂੰ ਹੁੰਦਾ ਕਿ ਮੈਂ ਅਗਲੇ ਸਮੈਸਟਰ ਦੀ ਫੀਸ ਕਿੱਥੋਂ ਦੇਣੀ ਆ, 20 ਘੰਟੇ ਤੋਂ ਸਿਰਫ ਕੰਮ ਕਰਦੇ ਆ ਤੇ ਫਿਰ ਉਹ ਚੋਰੀ ਕੰਮ ਕਰਦੇ ਆ, ਕੈਸ਼ ਕੰਮ ਕਰਦੇ ਆ। ਤੇ ਇੱਕ ਮੇਰੇ ਖਿਆਲ ਕਾਫੀ ਕੇਸ ਆ ਜਿਹੜੇ ਬੱਚੇ ਰਿਪੋਰਟ ਵੀ ਕੀਤੇ ਗਏ ਕਿ ਕੰਮ ਵੱਧ ਕਰਦੇ ਸੀ। ਸੋ ਉਹਨਾਂ ਬੱਚਿਆਂ ਦਾ ਕੀ ਕੀਤਾ ਜਾਵੇ? ਉਹਨਾਂ ਦੇ ਲਈ ਕੋਈ ਪ੍ਰੋਗਰਾਮ ਸਰਕਾਰ ਲਿਆ ਰਹੀ ਹੈਗੀ ਆ ਕਿ ਉਹਨਾਂ ਦੀ ਥੋੜੀ ਜਿਹੀ ਜ਼ਿੰਦਗੀ ਦੀਆਂ ਮੁਸ਼ਕਲਾਂ ਘਟ ਸਕਣ? ਜੀ ਬਿਲਕੁਲ, ਦੋ ਮੇਜਰ ਰੀਜ਼ਨ ਹੈ ਜਿਹਦੇ ਕਰਕੇ ਸਟੂਡੈਂਟ ਡਿਪੋਰਟ ਹੁੰਦਾ ਹੈ। ਪਹਿਲਾ ਤਾਂ ਆਹੀ ਰੀਜ਼ਨ ਹੈ ਵੀ ਉਹ ਇੱਥੇ ਐਕਟਿਵਲੀ ਪਰਸਿਊ ਨਹੀਂ ਕਰਦਾ, ਕੈਨੇਡਾ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਨਹੀਂ ਕਰਦਾ। ਉਹ ਕੋਈ ਵੀ ਕਾਰਨ ਹੋ ਸਕਦਾ, ਜਿਵੇਂ ਤੁਸੀਂ ਕਿਹਾ ਫਾਈਨੈਂਸ਼ੀਅਲ, ਜੇ ਕਿਸੇ ਦੀ ਐਬਿਲਿਟੀ ਨਹੀਂ ਹੈ ਤੇ ਉਹ ਕੈਨੇਡਾ ਆ ਜਾਂਦੇ ਨੇ। ਕਿਉਂਕਿ 2009 ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਚੇਂਜ ਕੀਤਾ ਸੀ ਸਰਕਾਰ ਨੇ, ਇਸ ਤੋਂ ਪਹਿਲਾਂ ਸਟੂਡੈਂਟਸ ਨੂੰ ਕੈਨੇਡਾ ਆਉਣਾ ਕਾਫੀ ਮੁਸ਼ਕਿਲ ਹੁੰਦਾ ਸੀ ਬਿਕੋਜ਼ ਉਹਨਾਂ ਨੂੰ ਆਪਣਾ ਫਾਈਨੈਂਸ਼ੀਅਲ ਸਟੈਂਡਿੰਗ ਦਿਖਾਉਣੀ ਪੈਂਦੀ ਸੀ ਔਰ ਬੈਕਗਰਾਊਂਡ ਦਿਖਾਉਣਾ ਪੈਂਦਾ ਸੀ। ਮੈਜੋਰਟੀ ਆਫ ਸਟੂਡੈਂਟ ਕੋਲ ਉਹਨਾਂ ਕ੍ਰੈਡੀਬਲ ਡਾਕੂਮੈਂਟਸ ਨਹੀਂ ਹੁੰਦੇ ਸੀ, ਟੈਕਸ ਨਹੀਂ ਭਰਿਆ ਹੁੰਦਾ ਸੀ, ਜਿਹਦੇ ਕਰਕੇ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਸੀ। ਸੋ 2009 ਦੇ ਵਿੱਚ ਸਰਕਾਰ ਨੇ SPP ਪ੍ਰੋਗਰਾਮ ਲਾਂਚ ਕੀਤਾ, ਜਿਹਦੇ ਰਾਹੀਂ ਸਟੂਡੈਂਟਸ ਨੂੰ ਐਗਜ਼ੈਂਪਸ਼ਨ ਦਿੱਤੀ ਵੀ ਤੁਸੀਂ ਸਿਰਫ $10,000 ਦੀ ਜਿਹੜੀ GIC ਹੈ ਸਿਰਫ ਉਹ ਸਾਨੂੰ ਸ਼ੋਅ ਕਰ ਦਿਓ ਤੇ ਜੇ ਤੁਹਾਡੇ ਅਕਾਊਂਟ ਦੇ ਵਿੱਚ ਇਹ ਚੀਜ਼ ਹੈਗੀ ਹੈ $10,000 ਦੇ ਇਕੁਇਵਲੈਂਟ, ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਅਸੀਂ ਵੀਜ਼ਾ ਦੇ ਦਾਂਗੇ। ਔਰ ਉਸ ਤੋਂ ਬਾਅਦ ਇਹ ਅੱਜ ਵੀ ਉਹ ਚੀਜ਼ ਚੱਲਦੀ ਆਉਂਦੀ ਹੈ ਤੇ ਸਰਕਾਰ ਨੇ ਇਹਦੇ ਵਿੱਚ 5 ਤੋਂ 6 ਡਿਫਰੈਂਟ ਕੰਟਰੀਜ਼ ਨੂੰ, ਕਿਉਂਕਿ ਇੱਕ ਪਾਇਲਟ ਸੀਗਾ ਜਿਹੜਾ ਇੰਡੀਆ ਤੋਂ ਸਟਾਰਟ ਹੋਇਆ ਸੀ ਤੇ ਇੰਡੀਆ ਤੋਂ ਚਾਈਨਾ ਤੋਂ ਸਟਾਰਟ ਹੋਇਆ ਸੀ, ਪਰ ਹੁਣ ਇਹ 5 ਡਿਫਰੈਂਟ ਕੰਟਰੀਜ਼ ਦੇ ਵਿੱਚ ਹੈਗਾ। ਨਾ ਜਿਹੜੇ ਸਟੂਡੈਂਟਸ ਕੈਨੇਡਾ ਦੇ ਵਿੱਚ ਆ ਚੁੱਕੇ ਨੇ, ਕਿਉਂਕਿ ਉਹਨਾਂ ਦੀ ਪਹਿਲਾਂ ਜਿਹੜੇ ਉਹਨਾਂ ਦੇ ਗਾਰਡੀਅਨਸ ਹੈਗੇ ਆ ਜਾਂ ਪੇਰੈਂਟਸ ਹੈਗੇ ਆ, ਉਹਨਾਂ ਦੀ ਫਾਈਨੈਂਸ਼ੀਅਲ ਐਬਿਲਿਟੀ ਤਾਂ ਟੈਸਟ ਹੀ ਨਹੀਂ ਕੀਤੀ ਸਰਕਾਰ ਨੇ। ਪਰ ਜਦੋਂ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਬਹੁਤ ਸਟੂਡੈਂਟਸ ਉਹ ਦਾਖਲ ਹੋਏ ਨੇ ਜਿਹੜੇ ਕੈਨੇਡਾ ਦੇ ਇਨਕਮ ਦੇ ਉੱਤੇ ਰਿਲਾਈ ਕਰਦੇ ਨੇ ਵੀ ਉਹਨਾਂ ਦੀ, ਕਿਉਂਕਿ ਸਰਕਾਰ ਜਿਹੜਾ 20 ਘੰਟੇ ਕੰਮ ਕਰਨ ਦੀ ਪਰਮਿਸ਼ਨ ਦਿੰਦੀ ਹੈ, ਉਹ ਸਿਰਫ ਐਂਡ ਸਿਰਫ ਇੱਕ ਤਾਂ ਕੈਨੇਡੀਅਨ ਐਕਸਪੀਰੀਅੰਸ ਗੇਨ ਹੋ ਜਾਏ ਔਰ ਜਿਹੜੇ ਉਹਨਾਂ ਦੇ ਡੇ ਟੂ ਡੇ ਕੋਈ ਐਕਸਪੈਂਸਿਸ ਹੈਗੇ ਉਹ ਸਟੂਡੈਂਟ ਦੇ ਕਵਰ ਹੋ ਜਾਣ। ਸਰਕਾਰ ਇਹ ਨਹੀਂ ਕਹਿੰਦੀ ਵੀ ਉਹ ਤੁਸੀਂ ਇਨਕਮ ਕੋਈ ਸੋਰਸ ਆਫ ਇਨਕਮ ਜਨਰੇਟ ਕਰੋ ਵੀ ਤੁਸੀਂ ਉੱਥੋਂ ਫੀਸ ਆਪਣੀ ਕਮਾਓ ਕੈਨੇਡਾ ਤੋਂ ਫੀਸ ਭਰੋ, ਪਰ ਕਿਉਂਕਿ ਜਿਹੜੇ ਉਹਨਾਂ ਦੇ ਪੇਰੈਂਟਸ ਨੇ ਉਹ ਅਫੋਰਡ ਨਹੀਂ ਕਰਦੇ ਤੇ ਕੈਨੇਡਾ ਸਟੂਡੈਂਟ ਆ ਜਾਂਦਾ, ਇਸ ਕਰਕੇ ਉਹਨਾਂ ਨੂੰ ਕਈ ਵਾਰ ਇਨਲੀਗਲ ਕੰਮ ਕਰਨਾ ਪੈਂਦਾ, ਫੁੱਲ ਟਾਈਮ ਕੰਮ ਕਰਨਾ ਪੈਂਦਾ। ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਬਟ ਉਹ ਬਹੁਤ ਥੋੜ੍ਹਾ ਸਮਾਂ ਆਉਂਦੀ ਹੈ, ਜਦੋਂ ਸਟੱਡੀ ਦੇ ਵਿੱਚ ਬ੍ਰੇਕ ਹੈ ਉਦੋਂ ਉਹ ਕੰਮ ਕਰ ਸਕਦੇ ਨੇ ਫੁੱਲ ਟਾਈਮ, ਅਦਰਵਾਈਜ਼ ਉਹ 20 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਦੇ। ਸੋ ਹੁਣ ਸਰਕਾਰ ਨੇ ਕੀ ਕੀਤਾ, ਬਿਕੋਜ਼ ਕੋਵਿਡ ਕਰਕੇ ਜਿਹੜੇ ਗਾਰਡੀਅਨ ਸੀਗੇ ਉਹਨਾਂ ਦੇ ਜਾਂ ਪੇਰੈਂਟਸ ਸੀਗੇ ਜਿਨ੍ਹਾਂ ਦੇ ਉੱਤੇ ਡਿਪੈਂਡੈਂਸੀ ਸਬਸਟੈਂਸ਼ੀਅਲ ਸੀਗੀ, ਤਾਂ ਉਹਨਾਂ ਦਾ ਜਿਹੜੇ ਕਾਰੋਬਾਰ ਨੇ ਜਾਂ ਕੰਮ ਨੇ ਉਹ ਉਹਨਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ। ਸੋ ਕਈਆਂ ਦੀ ਜੌਬ ਚਲੇ ਗਈਆਂ, ਕਈਆਂ ਦੇ ਬਿਜ਼ਨਸ ਬੰਦ ਹੋ ਗਏ, ਕਈਆਂ ਦੇ ਬਿਜ਼ਨਸ ਜਿਹੜੇ ਨੇ ਉਹ ਅਫੋਰਡ ਨਹੀਂ ਕਰਦੇ ਹੁਣ ਵੀ ਉਹ ਫੀਸ ਭੇਜ ਸਕਣ। ਤਾਂ ਸਰਕਾਰ ਨੇ ਹੁਣ ਇੱਕ ਨਵਾਂ ਪਾਇਲਟ ਸਟਾਰਟ ਕੀਤਾ ਵੀ ਸਟੂਡੈਂਟਸ ਜਿਹੜੇ ਨੇ ਓਪਨ ਪਰਮਿਟ ਹਾਸਲ ਕਰ ਸਕਦੇ ਨੇ, ਬਟ ਇਹਦੇ ਲਈ ਸਟੂਡੈਂਟ ਨੂੰ ਸਾਬਤ ਕਰਨਾ ਪਏਗਾ ਆਪਣੇ ਸਰਕਮਸਟੈਂਸਿਸ, ਤੇ ਫਿਰ ਉਹ ਲੀਗਲ ਪਰਮਿਸ਼ਨ ਲੈ ਸਕਦੇ ਨੇ। ਇਹ ਉਹਨਾਂ ਸਟੂਡੈਂਟਸ ਲਈ ਵੀ ਹੈਗਾ ਜਿਹੜੇ ਆਲਰੇਡੀ ਸਟੱਡੀ ਕਰ ਰਹੇ ਨੇ, ਉਹ ਆਪਣਾ ਸਟੱਡੀ ਪਰਮਿਟ ਚੇਂਜ ਕਰਨਾ ਚਾਹੁੰਦੇ ਨੇ ਓਪਨ ਪਰਮਿਟ ਦੇ ਵਿੱਚ, ਕਿਉਂਕਿ ਜਿਹੜਾ ਪਰਮਿਟ ਸਰਕਾਰ ਦੇਗੀ ਇਹ ਓਪਨ ਨੇਚਰ ਦਾ ਪਰਮਿਟ ਹੈ। ਸੋ ਓਪਨ ਵਰਕ ਪਰਮਿਟ ਮਿਲੇਗਾ, ਮੀਨਸ ਉਹ ਕਿਸੇ ਵੀ ਇੰਪਲੋਇਰ ਦੇ ਨਾਲ ਬਾਉਂਡ ਨਹੀਂ ਹੈ, ਕਿਤੇ ਵੀ ਉਹ ਕੰਮ ਕਰ ਸਕਦੇ ਨੇ, ਕਿਸੇ ਆਕੂਪੇਸ਼ਨ 'ਚੋਂ ਕੰਮ ਕਰ ਸਕਦੇ ਨੇ। ਸਰਕਾਰ ਰਿਸਟ੍ਰਿਕਟ ਜ਼ਰੂਰ ਕਰ ਸਕਦੀ ਹੈ ਆਕੂਪੇਸ਼ਨ, ਜੇ ਨਹੀਂ ਉਹ ਕਿਸੇ 'ਚ ਕੰਮ ਕਰਨ ਲਈ ਉਹ ਰਿਸਟ੍ਰਿਕਟ ਕਰਨਗੇ, ਬਟ ਅਦਰਵਾਈਜ਼ ਉਹ ਵੈਰੀ ਮਚ ਓਪਨ ਹੁੰਦੀ ਹੈ, ਕਿਤੇ ਵੀ ਉਹ ਕੰਮ ਕਰ ਸਕਦੇ ਨੇ। ਤੇ ਫਿਰ ਉਸ ਤੋਂ ਬਾਅਦ ਜੇ ਉਹ ਕੁਆਲੀਫਾਈ ਕਰਦੇ ਹੋਏ ਕਿਸੇ ਵੀ ਕੈਟਾਗਰੀ 'ਚ, ਤਾਂ ਫਿਰ ਉਹ ਆਪਣੀ ਇਮੀਗ੍ਰੇਸ਼ਨ ਵੀ ਉਸ ਕੈਟਾਗਰੀ ਦੇ ਵਿੱਚ ਅਪਲਾਈ ਕਰ ਸਕਦੇ ਨੇ। ਸੋ ਇਹ ਪ੍ਰੋਵੀਜ਼ਨ ਸਰਕਾਰ ਨੇ ਚਲਾਈ ਹੈ ਉਹਨਾਂ ਸਟੂਡੈਂਟਸ ਲਈ ਜਿਹੜੇ ਕੈਨੇਡਾ ਦੇ ਵਿੱਚ ਆਏ ਹੋਏ ਨੇ ਔਰ ਜਿਹੜੇ ਅਫੋਰਡ ਨਹੀਂ ਕਰਦੇ ਫੀਸ ਭਰਨਾ, ਔਰ ਜੇ ਉਹ ਸਾਬਤ ਕਰ ਦਿੰਦੇ ਨੇ ਵੀ ਉਹਨਾਂ ਦਾ ਜਿਹੜੇ ਸਰਕਮਸਟੈਂਸ ਬਦਲ ਗਏ ਨੇ, ਫਿਰ ਉਹ ਜ਼ਰੂਰ ਇਹ ਐਪਲੀਕੇਸ਼ਨ ਜਿਹੜੀ ਦਾਇਰ ਕਰ ਸਕਦੇ ਨੇ। ਸੋ ਸਾਬਤ ਕਰਨ ਲਈ ਉਹਨਾਂ ਨੂੰ ਕੀ ਕਰਨਾ ਪਊਗਾ, ਕੀ ਉਹਨਾਂ ਦੀਆਂ ਕੀ ਹੈਗੀਆਂ ਰਿਕੁਆਇਰਮੈਂਟਸ, ਕਿਵੇਂ ਕਰਨਾ ਉਹਨਾਂ ਨੇ? ਉਹਦੇ 'ਚ ਸਿਰਫ ਜਿਹੜੀ ਰਿਕੁਆਇਰਮੈਂਟ ਹੈ, ਜਿਵੇਂ ਇਹ ਸੈਕਸ਼ਨ 208 ਦੇ ਵਿੱਚ ਦੇ ਰਾਹੀਂ ਉਹਨਾਂ ਨੂੰ ਐਪਲੀਕੇਸ਼ਨ ਕਰਨੀ ਪਏਗੀ, ਉਹ ਵਰਕ ਪਰਮਿਟ ਦੀ ਮੰਗ ਕਰਨੀ ਪਏਗੀ।
ਜਿਹਦੇ ਵਿੱਚ ਉਹਨਾਂ ਨੂੰ ਸਾਬਤ ਕਰਨਾ ਪਏਗਾ ਵੀ ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਰਕਮਸਟੈਂਸ ਨੂੰ ਕਿਸ ਤਰ੍ਹਾਂ ਬਦਲੇ ਨੇ। ਪਹਿਲਾਂ ਉਹਨਾਂ ਨੂੰ ਜਿਹੜੀ ਫਾਈਨੈਂਸ਼ੀਅਲ ਜਿਹੜੀ ਸਪੋਰਟ ਸੀ ਉਹ ਕਿੱਥੋਂ ਮਿਲਦੀ ਸੀ, ਤੇ ਹੁਣ ਉਹ ਫਾਈਨੈਂਸ਼ੀਅਲ ਸਪੋਰਟ ਐਗਜ਼ਿਸਟ ਨਹੀਂ ਕਰਦੀ ਬਿਕੋਜ਼ ਆਫ ਦਿਸ ਰੀਜ਼ਨ। ਕਈ ਵੀ ਕਾਰਨ ਹੋ ਸਕਦੇ ਆ, ਜਿਵੇਂ ਕਿਸੇ ਇੰਡੀਵਿਜੂਅਲ ਦੀ ਖੇਤੀ ਦਾ ਜਿਵੇਂ ਫੋਰ ਐਗਜ਼ਾਮਪਲ ਕਾਰੋਬਾਰ ਹੈ, ਪਿਛਲੇ ਸਮੇਂ ਦੇ ਵਿੱਚ ਖੇਤੀ ਦੇ ਵਿੱਚ ਉਹਨਾਂ ਨੂੰ ਕਮਾਈ ਸੀਗੀ, ਉਹਨਾਂ ਕੋਲ ਜੇ ਫਾਰਮ ਸੀਗੇ ਜਿੱਥੇ ਫੈਮਿਲੀ ਦਿਖਾ ਸਕਦੀ ਸੀ ਵੀ ਉਹਨਾਂ ਕੋਲ ਇਨਕਮ ਹੈਗੀ ਸੀ, ਤੇ ਉਹ ਸਪੋਰਟ ਕਰਦੇ ਰਹੇ ਨੇ ਸਟੂਡੈਂਟ ਨੂੰ। ਪਰ ਹੁਣ ਉਹ ਸਪੋਰਟ ਐਗਜ਼ਿਸਟ ਨਹੀਂ ਕਰਦੀ। ਫਾਰਮਰ ਪ੍ਰੋਟੈਸਟ ਆਪਣਾ ਚੱਲ ਰਿਹਾ ਇੰਡੀਆ 'ਚ, ਤੇ ਫਾਰਮਰਸ ਦੀ ਜਿਹੜੀ ਮੰਗਾਂ ਨੇ ਸਰਕਾਰ ਪੂਰੀਆਂ ਨਹੀਂ ਕਰ ਰਹੀ। ਇਹਦੇ ਕਰਕੇ ਜਿਹੜੇ ਫਾਰਮਰਸ ਨੇ ਉਹਨਾਂ ਦੇ ਇੰਪੈਕਟ ਡਾਇਰੈਕਟਲੀ ਹੋਇਆ, ਬਿਜ਼ਨਸ ਤੇ ਇੰਪੈਕਟ ਹੋਇਆ। ਇਸ ਦੇ ਨਾਲ ਜਿਹੜੀ ਕੋਈ ਇੰਡਸਟਰੀਅਲਿਸਟ ਨੇ, ਬਿਲਕੁਲ ਕਾਰੋਬਾਰ ਜਿਹੜੇ ਨੇ ਉਹ ਬੰਦ ਹੋਏ ਨੇ ਇੰਡੀਆ ਦੇ ਵਿੱਚ। ਉਹ ਸਾਬਤ ਕਰ ਸਕਦੇ ਨੇ ਵੀ ਕਾਰੋਬਾਰ ਪਹਿਲਾਂ ਐਗਜ਼ਿਸਟ ਕਰਦਾ ਸੀ, ਅੱਜ ਉਹ ਐਗਜ਼ਿਸਟ ਨਹੀਂ ਕਰਦਾ। ਸਿਮਿਲਰਲੀ ਕੋਈ ਬੰਦੇ ਇੰਪਲੋਇਡ ਨੇ, ਜੌਬ ਤੇ ਸੀਗੇ ਪਹਿਲਾਂ, ਉਹਨਾਂ ਦੀ ਇਨਕਮ ਆ ਰਹੀ ਸੀ, ਤੇ ਹੁਣ ਉਹ ਜੌਬ ਤੋਂ ਲੇ ਆਫ ਹੋ ਗਏ ਨੇ, ਜਾਂ ਟੈਂਪਰੇਰੀ ਉਹਨਾਂ ਨੂੰ ਜਿਵੇਂ ਘਰ ਰਹਿਣ ਲਈ ਕਿਹਾ ਗਿਆ, ਜਿਹਦੇ ਕਰਕੇ ਉਹਨਾਂ ਦੀ ਇਨਕਮ ਦੇ ਵਿੱਚ ਡਰਾਸਟਿਕ ਚੇਂਜ ਆਇਆ। ਤੋ ਜੇ ਇਹ ਚੀਜ਼ਾਂ ਸਾਬਤ ਹੁੰਦੀਆਂ ਨੇ ਤਾਂ ਬਿਲਕੁਲ ਤੁਹਾਨੂੰ ਜਿਹੜਾ ਵਰਕ ਪਰਮਿਟ ਹੈ ਸਰਕਾਰ ਦੇਗੀ। ਦੈਟਸ ਵੈਰੀ ਗੁੱਡ ਨਿਊਜ਼ ਕਿ ਬੱਚਿਆਂ ਨੂੰ ਕੁਛ ਤੇ ਹੋਊਗਾ ਕਿ ਓਪਨ ਵਰਕ ਪਰਮਿਟ ਦੇ ਨਾਲ ਉਹ ਕਿਤੇ ਵੀ ਕੰਮ ਕਰ ਸਕਦੇ ਆ। ਸੋ ਉਹਨਾਂ ਨੂੰ 20 ਘੰਟੇ ਨਹੀਂ, ਉਹ ਵਾਧੂ ਵੀ ਕੰਮ ਕਰ ਸਕਦੇ ਹੈਗੇ ਫੁੱਲ ਟਾਈਮ। ਯੈਸ, ਇਹਦੇ ਲਈ ਫਿਰ ਉਹ ਤੁਹਾਡੇ ਕੋਲੋਂ ਇਨਫੋਰਮੇਸ਼ਨ ਲੈ ਸਕਦੇ ਆ। ਬਿਲਕੁਲ ਜੀ। ਔਰ ਹੁਣ ਅਸੀਂ ਚੱਲਦੇ ਆ ਬੱਚੇ ਜਿਹੜੇ ਵਿਆਹ ਕਰਕੇ ਆਉਂਦੇ ਆ, ਔਰ ਜਦੋਂ ਅਸੀਂ ਗੱਲ ਕਰਦੇ ਆ ਸਟੂਡੈਂਟਸ ਦੀ, ਅਕਸਰ ਬੱਚੇ ਇੱਥੇ ਆ ਜਾਂਦੇ ਆ, ਫਿਰ ਜਾ ਕੇ ਵਿਆਹ ਕਰੇ ਆਉਂਦੇ ਆ, ਤੇ ਫਿਰ ਉਹ ਆਪਣੇ ਪਿੱਛੋਂ ਸਪਾਊਸ ਨੂੰ ਇੱਥੇ ਬੁਲਾਉਂਦੇ ਆ। ਉਹ ਵੀ ਫਾਈਲਸ ਹੁਣ ਸਾਰੀਆਂ ਪੈਂਡਿੰਗ ਪਈਆਂ ਡਿਊ ਟੂ ਦਾ ਕੋਵਿਡ। ਯੈਸ, ਔਰ ਉਹਨਾਂ ਦੇ ਉੱਤੇ ਕੀ ਕੰਮ ਹੋ ਰਿਹਾ, ਤੇ ਉਹਦੇ ਵਿੱਚ ਕੋਈ ਚੇਂਜਸ ਵਗੈਰਾ ਵੀ ਹੋਈਆਂ ਹੈਗੀਆਂ ਜੀ? ਜਿਹੜੇ ਸਪਾਊਸਲ ਸਪਾਂਸਰਸ਼ਿਪ ਸੀਗੀਆਂ, ਇਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਨਿਊਜ਼ ਆਈਆਂ ਸੀਗੀਆਂ ਜੀ। ਇਹ ਜਿਹੜੇ ਮੋਸਟਲੀ ਨੈਸ਼ਨਲ ਮੀਡੀਆ ਸੀਗਾ ਉਹਨੇ ਬਹੁਤ ਕਵਰ ਕੀਤਾ ਇਸ ਇਸ਼ੂ ਨੂੰ, ਵੀ ਜਿਹੜਾ ਸਟੱਡੀ ਵੀਜ਼ਾ ਪ੍ਰੋਗਰਾਮ ਹੈਗਾ ਉਹਨੂੰ ਇੱਕ ਫੈਮਿਲੀ ਰੀਯੂਨੀਫਿਕੇਸ਼ਨ ਪ੍ਰੋਗਰਾਮ ਦੀ ਤਰ੍ਹਾਂ ਵਰਤਿਆ ਜਾਂਦਾ ਜੀ। ਔਰ ਕਈ ਦਫਾ ਕਿਸੇ ਨੂੰ ਐਕਸੈਸ ਇਹਨੂੰ ਅਬਿਊਜ਼ ਵੀ ਕੀਤਾ ਜਾਂਦਾ, ਕਿਸੇ ਨੂੰ ਐਕਸੈਸ ਦਵਾਇਆ ਜਾਂਦਾ। ਜਿਹੜੀ ਫਾਈਨੈਂਸ਼ੀਅਲ ਐਬਿਲਿਟੀ ਹੈ, ਕਈ ਵਾਰ ਜਿਹੜਾ ਐਕਚੁਅਲ ਸਟੂਡੈਂਟ ਹੈ ਅਫੋਰਡ ਨਹੀਂ ਕਰਦਾ, ਕੋਈ ਥਰਡ ਪਰਸਨ ਨੂੰ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਬੈਕਿੰਗ ਪ੍ਰੂਵ ਕਰ ਰਿਹਾ, ਜਿਹਦੇ ਕਰਕੇ ਬਹੁਤ ਸਟੂਡੈਂਟਸ ਜਿਹੜੇ ਨੇ ਇੱਥੇ ਆ ਰਹੇ ਨੇ ਔਰ ਗਲਤ ਕਮਿਟਮੈਂਟਸ ਕਰਕੇ ਆ ਰਹੇ ਨੇ ਵੀ ਉਹ ਜਿਹੜੀ ਸਪਾਂਸਰਸ਼ਿਪ ਹੈ ਉਹ ਐਕਸਟੈਂਡ ਕੀਤੀ ਜਾਏਗੀ ਔਰ ਬੁਲਾਇਆ ਜਾਏਗਾ, ਜਿਹੜਾ ਕਿ ਪਾਰਟ ਆਫ ਅ ਸ਼ੈਮ ਮੈਰਿਜਸ ਹੈਗਾ। ਨਾ ਇਹਦੇ ਵਿੱਚ ਸਰਕਾਰ ਨੇ ਖਾਸ ਕਰਕੇ ਜਦੋਂ ਇਹ ਨਿਊਜ਼ ਪਬਲਿਸ਼ ਹੋਈਆਂ ਸੀ ਪਿਛਲੇ ਸਾਲ, ਉਸ ਤੋਂ ਪਹਿਲਾਂ ਜਿਹੜੇ ਅਪਰੂਵਲ ਰੇਟ ਸੀ ਉਹ ਬਹੁਤ ਹਾਈ ਸੀਗਾ, ਡਰਾਸਟਿਕਲੀ ਹਾਈ ਸੀਗਾ। ਪਰ ਜਦੋਂ ਇਹ ਨਿਊਜ਼ ਸਰਫੇਸ ਹੋਈਆਂ ਤਾਂ ਇਮੀਡੀਏਟਲੀ ਸਰਕਾਰ ਨੇ ਐਪਲੀਕੇਸ਼ਨਸ ਤੇ ਡਿਸੀਜਨ ਨੂੰ ਰੋਕਿਆ ਔਰ ਇਨਵੈਸਟੀਗੇਟ ਕੀਤਾ। ਜਿਹੜੇ ਇੰਡੀਵਿਜੂਅਲਸ ਇਨਵੈਸਟੀਗੇਸ਼ਨ ਤੋਂ ਬਾਅਦ ਪਾਇਆ ਗਿਆ ਵੀ ਇਹ ਮੈਰਿਜ ਜਿਹੜੀ ਸੀਗੀ ਇਹ ਮੈਰਿਜ ਆਫ ਕਨਵੀਨੀਅੰਸ ਸੀ ਤੇ ਕਿਸੇ ਨੂੰ ਐਕਸੈਸ ਦਵਾਇਆ ਜਾ ਰਿਹਾ ਸੀ, ਤਾਂ ਜਿਹੜਾ ਸਪਾਂਸਰ ਇੱਥੇ ਸੀਗਾ ਸਟੂਡੈਂਟ ਜਿਹੜਾ ਸਪਾਂਸਰਸ਼ਿਪ ਦੇ ਰਿਹਾ, ਉਹਨਾਂ ਦੀ ਵੀ ਜਿਹੜੀ ਸਟੇਟਸ ਦੇ ਉੱਤੇ ਇੰਪੈਕਟ ਆਇਆ ਸੀ। ਸਰਕਾਰ ਨੇ ਉਹਨਾਂ ਦਾ ਅਗੇਂਸਟ ਵੀ ਰਿਮੂਵਲ ਆਰਡਰਸ ਜਿਹੜੇ ਨੇ ਇਸ਼ੂ ਕੀਤੇ, ਬਿਕੋਜ਼ ਉਹ ਪਾਰਟਿਸਿਪੇਟ ਕਰ ਰਹੇ ਸੀ ਸਿਸਟਮ ਦੇ ਵਿੱਚ, ਇੱਕ ਅਬਿਊਜ਼ ਕਰ ਰਹੇ ਸੀ, ਕਿਸੇ ਨੂੰ ਸਪਾਂਸਰਸ਼ਿਪ ਦੇ ਕੇ ਕੈਨੇਡਾ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਨਾ ਇਹ ਸਾਰੀਆਂ ਚੀਜ਼ਾਂ ਤੋਂ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਵੀ ਜਦੋਂ ਵੀ ਤੁਸੀਂ ਕੋਈ ਮੈਰਿਜ ਦੇ ਵਿੱਚ ਆਉਂਦੇ ਹੋ ਤਾਂ ਕਿਸੇ ਨਾ ਕਿਸੇ ਕਿਸਮ ਦੀ ਕੋਈ ਕੰਟਰੈਕਟ ਮੈਰਿਜ ਨਹੀਂ ਹੋਣੀ ਚਾਹੀਦੀ। ਮੈਰਿਜ ਤੁਹਾਡੀ ਜੈਨੂਇਨ ਰੀਜ਼ਨ ਕਰਕੇ ਹੋਣੀ ਚਾਹੀਦੀ ਹੈ, ਲੈਜਿਟ ਹੋਣੀ ਚਾਹੀਦੀ ਹੈ। ਅਦਰਵਾਈਜ਼ ਸਰਕਾਰ ਵੀ ਇਕੁਅਲੀ ਉਹਨਾਂ ਕੋਲ ਵੀ ਟੂਲਸ ਹੈਗੇ ਆ ਵੈਰੀਫਾਈ ਕਰਨ ਦੇ। ਔਰ ਸੈਕੰਡ ਪ੍ਰੋਬਲਮ ਹੁੰਦੀ ਹੈ ਵੀ ਜਦੋਂ ਇਹ ਐਪਲੀਕੇਸ਼ਨਸ ਫਾਈਲ ਹੁੰਦੀਆਂ ਨੇ ਤਾਂ ਇੱਕ ਸਟੈਂਡਰਡ ਪ੍ਰੋਸੀਜਰ ਵਰਤਿਆ ਜਾਂਦਾ ਆਲਮੋਸਟ ਹਰੇਕ ਐਪਲੀਕੇਸ਼ਨ ਲਈ, ਤੋ ਜਿਹਦੇ 'ਚ ਜੈਨੂਇਨ ਜਿਹੜੀ ਐਪਲੀਕੇਸ਼ਨਸ ਨੇ, ਜੈਨੂਇਨ ਮੈਰਿਜਸ ਨੇ, ਉਹ ਵੀ ਕੁਐਸਚਨ ਮਾਰਕ ਲੱਗ ਜਾਂਦਾ। ਤੋ ਐਕਸਪੈਕਟੇਸ਼ਨਸ ਬਹੁਤ ਹਾਈ ਹੁੰਦੀਆਂ ਨੇ ਜਦੋਂ ਤੁਸੀਂ ਐਪਲੀਕੇਸ਼ਨ ਦਾਇਰ ਕਰਦੇ ਹੋ। ਤੋ ਜੇ ਤੁਹਾਡੇ ਕੋਲ ਉਹ ਸਫੀਸ਼ੀਐਂਟ ਡਾਕੂਮੈਂਟਸ ਨਹੀਂ ਹੈਗੇ ਜਾਂ ਤੁਹਾਡੀ ਇੰਟਰਵਿਊ ਦੇ ਉੱਤੇ ਪਰਫਾਰਮੈਂਸ ਉਹੀ ਜੀ ਨਹੀਂ ਹੈਗੀ ਵੀ ਤੁਸੀਂ ਸੈਟੀਸਫਾਈ ਕਰ ਸਕੋ ਆਫਿਸਰ ਨੂੰ, ਤਾਂ ਫਿਰ ਤੁਹਾਡੀ ਐਪਲੀਕੇਸ਼ਨ ਨੂੰ ਨਾਮਨਜ਼ੂਰ ਕੀਤਾ ਜਾਂਦਾ। ਇਹਨਾਂ ਐਪਲੀਕੇਸ਼ਨ ਨੂੰ ਸਿਰਫ ਨਾਮਨਜ਼ੂਰ ਕਰਨਾ ਤੱਕ ਹੀ ਸੀਮਤ ਨਹੀਂ ਹੁੰਦੀਆਂ, ਇਹ ਤੋਂ ਬਿਯੋਂਡ ਵੀ ਜਾਇਆ ਜਾ ਸਕਦਾ। ਜੇ ਉਹ ਮਿਸਰਿਪਰੈਜ਼ੈਂਟੇਸ਼ਨ ਦੇ ਵਿੱਚ ਆ ਜਾਂਦੀਆਂ ਤਾਂ ਫਿਰ ਬਿਲਕੁਲ ਤੁਹਾਡੇ ਜਿਹੜੀ ਸਪਾਂਸਰ ਹੈ ਉਹਨਾਂ ਦਾ ਸਟੇਟਸ ਵੀ ਕੁਐਸਚਨ ਮਾਰਕ ਥੱਲੇ ਆ ਜਾਂਦਾ, ਉਹਨਾਂ ਨੂੰ ਵੀ ਕੈਨੇਡਾ ਤੋਂ ਕੱਢਿਆ ਜਾ ਸਕਦਾ। ਸੋ ਇਹ ਜੀ ਕੋਈ ਵੀ ਜਿਹੜੀ ਐਕਟੀਵਿਟੀ ਹੈ ਉਹ 'ਚ ਪਾਰਟਿਸਿਪੇਟ ਨਹੀਂ ਕਰਨਾ ਚਾਹੀਦਾ। ਬਾਕੀ ਸਰਕਾਰ ਇਹ ਪ੍ਰਿਵਿਲੇਜ ਦੇ ਰਹੀ ਹੈ, ਜਿਹੜਾ ਤੁਹਾਡਾ ਸਪਾਊਸ ਹੈ ਉਹਨੂੰ ਤੁਸੀਂ ਸਪਾਂਸਰਸ਼ਿਪ ਦੇ ਸਕਦੇ ਹੋ, ਉਹ ਕੈਨੇਡਾ ਆ ਸਕਦਾ, ਉਹਨਾਂ ਦਾ ਮੈਡੀਕਲ ਵੀ ਕਵਰ ਹੋਏਗਾ
ਉਹ ਉਹਨਾਂ ਦਾ ਜਿਹੜਾ ਓਪਨ ਵਰਕ ਪਰਮਿਟ ਉਹ ਵੀ ਦਿੱਤਾ ਜਾਏਗਾ ਤੇ ਤਾਂ ਕਿ ਇੱਕ ਸਪਾਊਸ ਜਿਹੜਾ ਕੰਮ ਕਰ ਸਕਦਾ, ਫੁੱਲ ਟਾਈਮ ਕੰਮ ਕਰ ਸਕਦਾ, ਔਰ ਦੂਸਰਾ ਸਪਾਊਸ ਜਿਹੜਾ ਪੜ੍ਹ ਸਕਦਾ ਔਰ 20 ਘੰਟੇ ਕੰਮ ਕਰ ਸਕਦਾ। ਸੋ ਪ੍ਰਿਵਿਲੇਜ ਜਾਂ ਸਹੂਲਤਾਂ ਬਹੁਤ ਨੇ, ਪਰ ਇਹ ਸਹੂਲਤਾਂ ਉਹ ਵਰਤਣ ਜਿਹੜੇ ਜੈਨੂਨਲੀ ਉਹ ਰਿਲੇਸ਼ਨਸ਼ਿਪ 'ਚ ਨੇ, ਪਰ ਇਹਨੂੰ ਅਬਿਊਜ਼ ਕਰਕੇ ਨਾ ਆਉਣ ਕੈਨੇਡਾ, ਕਿਉਂਕਿ ਉਹਦੇ ਨਾਲ ਫਿਰ ਜਿਹੜੇ ਜੈਨੂਨ ਕੇਸਿਸ ਨੇ ਉਹਨਾਂ ਤੇ ਬਹੁਤ ਜੀ ਬਿਲਕੁਲ ਉਹ ਜਿਹੜਾ ਇੱਕ ਬਲੈਂਕੇਟ ਇੱਕ ਸਟੇਟਮੈਂਟ ਬਣ ਜਾਂਦੀ ਹੈ ਵੀ ਜਿਹੜੇ ਸਟੂਡੈਂਟਸ ਨੇ ਮੈਜੋਰਿਟੀ ਇਦਾਂ ਕਰ ਰਹੇ ਨੇ, ਤਾਂ ਜਿਹੜੇ ਕਈ ਵਾਰ ਡਿਸੀਜਨ ਜਿਹੜੇ ਨੇ ਉਹ ਇਨਫਲੂਐਂਸ ਹੋ ਜਾਂਦੇ ਨੇ ਜਾਂ ਪ੍ਰੀ ਜੱਜ ਹੋ ਜਾਂਦੇ ਨੇ। ਕੇਸ ਜੈਨੂਨ ਹੁੰਦਾ ਕਿਉਂਕਿ ਕੋਰਟ ਦੇ ਵਿੱਚ ਤਾਂ ਤੁਸੀਂ ਸਾਬਤ ਕਰਦੇ ਹੀ ਹੋ, ਉੱਥੇ ਸਾਬਤ ਹੋ ਜਾਂਦਾ ਵੀ ਜੈਨੂਨ ਹੈ, ਪਰ ਵੀਜ਼ਾ ਆਫਿਸਰ ਉਹਨੂੰ 10 ਮਿੰਟਾਂ ਦੇ ਵਿੱਚ ਪ੍ਰੂਵ ਕਰ ਦਿੰਦਾ ਵੀ ਇਹ ਇਨਜੈਨੂਨ ਰਿਲੇਸ਼ਨਸ਼ਿਪ ਹੈ। ਅੱਛਾ ਅਮਨ ਜੀ, ਤੁਹਾਨੂੰ ਯਾਦ ਹੋਣਾ ਕਿ ਅੱਜ ਤੋਂ ਤਕਰੀਬਨ ਲਾ ਲਈਏ ਅਸੀਂ 20 ਸਾਲ ਪਿੱਛੇ ਚੱਲ ਜਾਈਏ ਤੇ ਉਦੋਂ ਸਿਰਫ ਤੁਸੀਂ ਆਪਣੇ ਮੰਗੇਤਰ ਨੂੰ, ਆਪਣੇ ਫਿਆਂਸੇ ਨੂੰ ਵੀ ਇੱਥੇ ਸੱਦ ਸਕਦੇ ਸੀ, ਇੱਥੇ ਸੱਦ ਕੇ ਤੁਸੀਂ ਇੱਥੇ ਵਿਆਹ ਕਰ ਸਕਦੇ ਸੀ। ਪਰ ਹੁਣ ਉਹ ਜਿਹੜਾ ਸਮਾਂ ਨਹੀਂ ਰਿਹਾ। ਹੁਣ ਤਾਂ ਤੁਸੀਂ ਵਿਆਹ ਕੀਤਾ ਆ ਤੇ ਤੁਹਾਡੇ ਆਪਣੇ ਸਪਾਊਸ ਨੂੰ ਸੱਦਣ ਨੂੰ ਵੀ ਤੁਹਾਨੂੰ ਸਾਬਤ ਕਰਨਾ ਪੈਂਦਾ ਕਿ ਇਹ ਵਿਆਹ ਵਾਕਿਆ ਹੀ ਮੇਰਾ ਸਹੀ ਆ, ਤੇ ਤਾਂ ਹੀ ਵੀਜ਼ਾ ਲੱਗਦਾ। ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਵੀਜ਼ਾ ਆਫਿਸਰ ਤੇ ਤੁਹਾਨੂੰ ਪੈਰਾਂ ਥੱਲਿਓਂ ਕੱਢ ਹੀ ਲੈਂਦੇ ਆ, ਉਹ ਸਵਾਲ ਹੀ ਇਹੋ ਜਿਹੇ ਕਰਦੇ ਆ ਤੁਹਾਨੂੰ। ਤੇ ਹੁਣ ਜਿਨ੍ਹਾਂ ਦੀਆਂ ਫਾਈਲਸ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਕੋਵਿਡ ਦੇ ਕਰਕੇ, ਤੇ ਹੁਣ ਕੋਈ ਇਹੋ ਜਿਹਾ ਵੀ ਹੋ ਰਿਹਾ ਕਿ ਉਹ ਜਿੰਨਾ ਚਿਰ ਉਹਨਾਂ ਦੀ ਫਾਈਲ ਚੱਲਦੀ ਹੈ ਜਾਂ ਲੱਗੀ ਆ, ਉਹ ਵਿਜ਼ਿਟਰ ਨਹੀਂ ਇੱਥੇ ਆ ਕੇ ਆਪਣੇ ਸਪਾਊਸ ਨੂੰ ਮਿਲ ਸਕਦੇ। ਹੁਣ ਪਤੀ ਪਿੱਛੇ ਆ, ਵਾਈਫ ਇੱਥੇ ਆ, ਹਸਬੈਂਡ ਉੱਥੇ ਆ, ਕਿ ਉਹ ਵਿਜ਼ਿਟਰ ਆ ਕੇ ਆਪਣੀ ਵਾਈਫ ਕੋਲ ਰਹਿ ਸਕਦਾ ਆ, ਐਜ਼ ਅ ਵਿਜ਼ਿਟਰ ਇਸ ਕੰਟਰੀ 'ਚ ਆ ਸਕਦਾ ਆ? ਜੀ ਬਿਲਕੁਲ, ਇਹ ਚੀਜ਼ ਸਰਕਾਰ ਨੇ ਓਪਨ ਕੀਤੀ ਹੈ। ਤੁਹਾਡਾ ਵਧੀਆ ਸਵਾਲ ਹੈ, ਕਿਉਂਕਿ ਜਿਹੜਾ ਸਪਾਊਸ ਦਾ ਸਪਾਂਸਰਸ਼ਿਪ ਪ੍ਰੋਗਰਾਮ ਹੈ ਇਹ ਬਹੁਤ ਬੈਕਲੌਗਡ ਹੈ, ਕਿਉਂਕਿ ਜਦ ਆਪਾਂ ਗੱਲ ਕਰਦੇ ਹਾਂ ਵੀ ਇੰਡੀਆ ਮੋਸਟਲੀ ਜਿਹੜੇ ਨਿਊ ਇਮੀਗ੍ਰੈਂਟਸ ਨੇ ਉਹ 'ਚ ਇੰਡੀਆ ਲੀਡਿੰਗ ਕੰਟਰੀ ਹੈ, ਮੀਨਸ ਜਿਹੜੇ ਸਪਾਂਸਰਸ਼ਿਪਸ ਨੇ ਉਹ 'ਚ ਵੀ ਉਹ ਲੀਡਿੰਗ ਹੋਊਗੀ ਕਿਉਂਕਿ ਨੰਬਰ ਆਫ ਇੰਡੀਵਿਜੂਅਲਸ ਇੱਥੇ ਜ਼ਿਆਦਾ ਨੇ। ਔਰ ਇਸ ਕਰਕੇ ਜਿਹੜੇ ਜਦੋਂ ਵਿਆਹ ਕੋਈ ਆਊਟਸਾਈਡ ਕੈਨੇਡਾ ਕਰਾਉਂਦਾ ਜਾਂ ਵਿਦਨ ਕੈਨੇਡਾ ਕਰਾਉਂਦਾ ਜਿਹੜਾ ਟੈਂਪਰੇਰੀ ਰੈਜ਼ੀਡੈਂਟ ਹੈ ਉਹਦੇ ਨਾਲ, ਤਾਂ ਜਿਹੜੀ ਸਪਾਂਸਰਸ਼ਿਪ ਐਪਲੀਕੇਸ਼ਨ ਹੈ ਉਹਨੂੰ ਕਾਫੀ ਸਟ੍ਰਿਕਟ ਫਿਲਟਰਸ ਥਰੂ ਨਿਕਲਣਾ ਪੈਂਦਾ। ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਵੀ ਪੁਰਾਣੇ ਸਮੇਂ ਦੇ ਵਿੱਚ ਬਹੁਤ ਸੌਖਾ ਹੁੰਦਾ ਸੀ, ਬਹੁਤ ਸੌਖਾ ਹੁੰਦਾ ਸੀ, ਐਜ਼ ਅ ਫਿਆਂਸੇ ਤੁਸੀਂ ਬੁਲਾ ਲਓ ਤੇ ਕੋਈ ਕਮਿਟਮੈਂਟ ਨਹੀਂ ਹੈ। ਇੱਥੇ ਆ ਕੇ ਐਜ਼ ਅ ਫਿਆਂਸੇ ਜੇ ਹੁਣ ਚੰਗਾ ਭਲਾ ਵਿਆਹ ਟੁੱਟ ਜਾਂਦਾ ਹੈ ਕੁਝ ਦਿਨਾਂ ਦੇ ਵਿੱਚ, ਤਾਂ ਫਿਆਂਸੇ ਤਾਂ ਕੋਈ ਕਮਿਟਮੈਂਟ ਹੀ ਨਹੀਂ ਹੈ, ਕੋਈ ਮੈਰਿਜ ਸਰਟੀਫਿਕੇਟ ਕੁਝ ਨਹੀਂ ਹੈ, ਕੋਈ ਲੀਗਲ ਬਾਉਂਡੇਸ਼ਨ ਨਹੀਂ ਹੈ ਵੀ ਦੋਵੇਂ ਪਾਰਟੀਆਂ ਨੂੰ ਰੱਖਿਆ ਜਾ ਸਕੇ। ਤਾਂ ਉਹ ਕੇਸਿਸ ਦੇ ਵਿੱਚ ਵੀ ਸਰਕਾਰ ਅਲਾਉ ਕਰਦੀ ਸੀ, ਜਿਹੜਾ ਕਿ ਬੰਦ ਕਰਤਾ ਸਰਕਾਰ ਨੇ ਪ੍ਰੋਗਰਾਮ। ਬਟ ਉਸ ਦੇ ਨਾਲ ਮਿਲਦਾ ਜੁਲਦਾ ਹੀ ਆਪਸ਼ਨ ਦਿੱਤਾ ਹੁਣ ਸਰਕਾਰ ਨੇ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮਿਨਿਸਟਰ ਨੇ ਇਹ ਅਨਾਊਂਸਮੈਂਟ ਕੀਤੀ ਸੀ ਵੀ ਅਸੀਂ 6000 ਐਪਲੀਕੇਸ਼ਨਾਂ ਪ੍ਰੋਸੈਸ ਕਰਾਂਗੇ ਹਰ ਮਹੀਨੇ। ਕਮਿਟਮੈਂਟ ਵੱਡੀ ਸੀ, ਪਰ ਉਹ ਤੋਂ ਬਾਅਦ ਇਹ ਐਪਲੀਕੇਸ਼ਨਾਂ ਪ੍ਰੋਸੈਸ ਨਹੀਂ ਹੋ ਪਾਈਆਂ, ਬਿਕੋਜ਼ ਹਰੇਕ ਐਪਲੀਕੇਸ਼ਨ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਉਹਦੇ ਲਈ ਕੋਈ ਐਡਮਿਨਿਸਟ੍ਰੇਟਿਵ ਡਿਸੀਜਨ ਕਿਸੇ ਨੂੰ ਬਣਾਉਣਾ ਪੈਂਦਾ, ਉਹ ਫਿਲਟਰਸ ਥਰੂ ਹਰੇਕ ਐਪਲੀਕੇਸ਼ਨ ਨਿਕਲਦੀ ਹੈ। ਸੋ ਜਦੋਂ ਕੋਈ ਅਨਾਊਂਸਮੈਂਟ ਕੀਤੀ ਜਾਂਦੀ ਹੈ ਇਹਦਾ ਮਤਲਬ ਇਹ ਨਹੀਂ ਹੈ ਵੀ ਸਰਕਾਰ 6000 ਨੂੰ ਵੀਜ਼ਾ ਦੇ ਦੇਗੀ, ਸਰਕਾਰ 6000 ਨੂੰ ਪ੍ਰੋਸੈਸ ਕਰੇਗੀ। ਬਲਕਿ ਉਹਦਾ ਨੈਗੇਟਿਵ ਇੰਪੈਕਟ ਇਹ ਹੋਇਆ ਸੀ ਵੀ ਨੰਬਰ ਆਫ ਰਿਫਿਊਜ਼ਲ ਜਿਹੜੀਆਂ ਸੀ ਬਹੁਤ ਵਧੀਆ ਸੀ, ਬਿਕੋਜ਼ ਥੋੜ੍ਹੇ ਸਮੇਂ ਦੇ ਵਿੱਚ ਡਿਸੀਜਨ ਲੈਣਾ ਹੁੰਦਾ ਸੀ। ਜੇ ਤੁਹਾਡੀ ਐਪਲੀਕੇਸ਼ਨ ਕਮਜ਼ੋਰ ਲੱਗਦੀ ਹੈ ਆਫਿਸਰ ਨੂੰ ਤਾਂ ਉਹ ਬਹੁਤ ਜਲਦੀ ਜਿਹੜੀ ਆ ਰਿਫਿਊਜ਼ ਹੋ ਜਾਂਦੀ ਸੀ, ਤੋ ਤੁਹਾਡੇ ਤੇ ਉਨਾ ਸਮਾਂ ਨਹੀਂ ਲਾਇਆ ਜਾਂਦਾ ਸੀ ਕੇਸ ਨੂੰ ਵੈਰੀਫਾਈ ਕਰਨ ਲਈ। ਤੋ ਇਸ ਕਰਕੇ ਹੁਣ ਜਿਹੜੇ ਸਰਕਾਰ ਨੇ ਆਪਸ਼ਨ ਦਿੱਤੀ ਹੈ ਉਹ ਦਿੱਤੀ ਹੈ ਵੀ ਜੇ ਤੁਸੀਂ ਸਪਾਊਸ ਨੂੰ ਸਪਾਂਸਰਸ਼ਿਪ ਦਿੱਤੀ ਹੋਈ ਹੈ ਤੇ ਜੇ ਤੁਹਾਨੂੰ ਅਪਰੂਵਲ ਇਨ ਪ੍ਰਿੰਸੀਪਲ ਮਿਲੀ ਹੋਈ ਹੈ, ਭਾਵ ਕਿ ਵੀਜ਼ਾ ਆਫਿਸਰ ਇਹ ਡਿਟਰਮਨ ਕਰਦਾ ਵੀ ਤੁਹਾਨੂੰ ਇੰਟਰਵਿਊ ਦੀ ਜ਼ਰੂਰਤ ਨਹੀਂ ਹੈ, ਤਾਂ ਤੁਹਾਡਾ ਕੇਸ ਤੁਹਾਡੇ ਕਾਗਜ਼ਾਂ ਦੇ ਤੌਰ ਤੇ ਜਾਂ ਜਿਹੜੀ ਇਨਫੋਰਮੇਸ਼ਨ ਤੁਸੀਂ ਪ੍ਰੋਵਾਈਡ ਕੀਤੀ ਹੈ ਸਫੀਸ਼ੀਐਂਟ ਹੈ, ਸਫੀਸ਼ੀਐਂਟਲੀ ਪ੍ਰੂਵ ਕਰਦੀ ਹੈ ਵੀ ਤੁਹਾਡਾ ਵਿਆਹ ਜੈਨੂਨ ਹੈ। ਔਰ ਤੁਹਾਡੇ ਦੂਸਰੀ ਜਿਹੜਾ ਟੈਸਟ ਹੈ ਵੀ ਤੁਹਾਡੇ ਵਿਆਹ ਦੇ ਵਿੱਚ ਕੋਈ ਵੀ ਪਾਰਟੀ ਸਿਸਟਮ ਨੂੰ ਅਬਿਊਜ਼ ਨਹੀਂ ਕਰ ਰਹੀ, ਐਕਟ ਦੀ ਪ੍ਰਿਵਿਲੇਜ ਯੂਜ਼ ਨਹੀਂ ਕਰ ਰਹੀ, ਬਿਲਕੁਲ ਕਿਸੇ ਕਿਸਮ ਦਾ ਕੋਈ ਕੰਟਰੈਕਟ ਨਹੀਂ ਹੈ, ਤੇ ਤੁਹਾਡਾ ਇੰਟੈਂਟ ਜਾਂ ਇਰਾਦਾ ਜੈਨੂਨ ਹੈ, ਤਾਂ ਫਿਰ ਤੁਹਾਨੂੰ ਜਿਹੜੀ ਹੈ ਇਮੀਗ੍ਰੇਸ਼ਨ ਸਰਕਾਰ ਦਿੰਦੀ ਹੈ। ਨਾਓ ਜਿਹੜਾ ਅਪਰੂਵਲ ਇਨ ਪ੍ਰਿੰਸੀਪਲ ਹੈ ਇਹ ਤੋਂ ਬਾਅਦ ਵੀ ਇਮੀਗ੍ਰੇਸ਼ਨ ਲੈਣ ਦਾ ਜਿਹੜਾ ਸਮਾਂ ਉਹ 7 ਤੋਂ 8 ਮਹੀਨੇ ਹੈ। ਸੋ ਸਰਕਾਰ ਨੇ ਹੁਣ ਕੀ ਕੀਤਾ ਵੀ ਤੁਸੀਂ ਬਜਾਏ ਬਾਹਰ ਵੇਟ ਕਰੋ ਕੈਨੇਡਾ ਤੋਂ ਬਾਹਰ, ਉਹ ਤੁਹਾਨੂੰ ਅਲਾਉ ਕਰ ਰਹੇ ਨੇ ਵੀ ਤੁਸੀਂ ਵਿਜ਼ਿਟਰ ਵੀਜ਼ਾ ਲੈ ਕੇ ਕੈਨੇਡਾ ਆ ਜਾਓ ਤੇ ਤੁਸੀਂ ਇਕੱਠੇ ਰਹਿ ਲਓ। ਨਾਓ ਇਹਦੇ ਵਿੱਚ 3 ਸ਼ਰਤਾਂ ਨੂੰ ਪੂਰਾ ਕਰਨਾ ਪਏਗਾ, ਜਿਵੇਂ ਮੈਂ ਜ਼ਿਕਰ ਕੀਤਾ ਸੀ ਵੀ ਅਪਰੂਵਲ ਇਨ ਪ੍ਰਿੰਸੀਪਲ ਪਹਿਲਾਂ ਤਾਂ ਸਾਬਤ ਕਰਨੀ ਹੈ। ਸੈਕਿੰਡ, ਤੁਸੀਂ ਜਿਹੜਾ ਸਪਾਂਸਰ ਹੈ ਉਹਨੇ ਸਾਬਤ ਕਰਨਾ ਵੀ ਉਹਨਾਂ ਕੋਲ ਇੱਥੇ ਅਬਿਲਿਟੀ ਹੈਗੀ ਹੈ, ਵੀ ਉਹਨਾਂ ਕੋਲ ਜਗ੍ਹਾ ਹੈਗੀ ਹੈ ਜਿੱਥੇ ਸਪਾਊਸ ਜਿਹੜਾ ਰਹਿਣਗੇ, ਉਹਨਾਂ ਦਾ ਇਹਦਾ ਰੈਂਟਡ ਹੋਣੀ ਚਾਹੀਦੀ ਹੈ ਜਿਹੜੀ ਡਵੈਲਿੰਗ ਹੈ ਜਾਂ ਅਕੋਮੋਡੇਸ਼ਨ ਹੈ, ਜਾਂ ਉਹ ਓਨ ਕਰਦੇ ਹੋਣੇ ਚਾਹੀਦੇ ਨੇ। ਜ਼ਰੂਰੀ ਨਹੀਂ ਹੈ ਵੀ ਉਹ ਓਨ ਕਰਦੇ ਹੋਣ, ਰੈਂਟਡ ਵੀ ਹੋ ਸਕਦੀ ਹੈ। ਔਰ ਉਹਦੇ 'ਚ ਉਹਦਾ ਸਾਈਜ਼ ਕੀ ਹੈਗਾ ਵੀ ਉੱਥੇ ਉਹ ਕੰਫਰਟੇਬਲੀ ਰਹਿ ਸਕਦੇ ਨੇ।
ਤੇ ਥਰਡ ਚੀਜ਼ ਜਿਹੜੀ ਪ੍ਰੂਵ ਕਰਨੀ ਪਏਗੀ ਉਹ ਕਰਨੀ ਪਏਗੀ ਵੀ ਜਿਹੜੇ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਆ ਉਹ ਡਿਊਲ ਇੰਟੈਂਟ ਨਾਲ ਦਾਖਲ ਹੋ ਰਹੇ ਆ, ਭਾਵ ਕਿ ਅੱਜ ਤਾਂ ਉਹ ਟੈਂਪਰੇਰੀ ਐਂਟਰ ਹੋ ਰਹੇ ਆ ਬਟ ਬਾਅਦ 'ਚ ਉਹ ਪਰਮਨੈਂਟ ਇਮੀਗ੍ਰੇਸ਼ਨ ਲੈਣਗੇ। ਨਾਓ ਇਸ ਪੀਰੀਅਡ ਦੌਰਾਨ ਜੇ ਕੋਈ ਸਰਕਮਸਟੈਂਸ ਬਦਲ ਜਾਂਦਾ, ਅੱਜ ਉਹਨਾਂ ਦਾ ਰਿਲੇਸ਼ਨਸ਼ਿਪ ਹੈਗਾ, ਕੱਲ੍ਹ ਨੂੰ ਰਿਲੇਸ਼ਨਸ਼ਿਪ ਕੈਨੇਡਾ ਜਦੋਂ ਆ ਜਾਂਦੇ ਨੇ ਟੁੱਟ ਜਾਂਦਾ ਕਿਸੇ ਕਾਰਨ ਕਰਕੇ, ਫਿਰ ਉਹ ਪ੍ਰੋਗਰਾਮ ਦੀ ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਮੀਟ ਨਹੀਂ ਕਰ ਰਹੇ, ਇਟ ਮੀਨਸ ਉਹ ਕੈਨੇਡਾ ਦੇ ਵਿੱਚ ਹੋਣੇ ਨਹੀਂ ਚਾਹੀਦੇ। ਸੋ ਉਹਨਾਂ ਨੇ ਸਾਬਤ ਕਰਨਾ ਵੀ ਜੇ ਇਹ ਜਿਹਾ ਕੋਈ ਸਰਕਮਸਟੈਂਸ ਅਰਾਈਜ਼ ਹੁੰਦਾ ਤਾਂ ਉਹਨਾਂ ਕੋਲ ਪਲਾਨ ਹੈਗਾ ਵੀ ਉਹ ਕੈਨੇਡਾ ਨੂੰ ਕਿਸ ਤਰ੍ਹਾਂ ਛੱਡ ਕੇ ਜਾਣਗੇ। ਸੋ ਇਹ ਜਿਹੜੀ ਚੀਜ਼ ਹੈ ਤਿੰਨੇ ਜੇ ਸਾਬਤ ਹੋ ਜਾਂਦੀਆਂ ਨੇ ਤਾਂ ਤੁਹਾਨੂੰ ਵਿਜ਼ਿਟਰ ਵੀਜ਼ਾ ਜਿਹੜਾ ਵੀਜ਼ਾ ਆਫਿਸਰ ਦੇ ਦੇਗਾ ਔਰ ਬਹੁਤ ਸਾਰੀਆਂ ਫੈਮਲੀਜ਼ ਇਹਦਾ ਫਾਇਦਾ ਲੈ ਸਕਦੀਆਂ ਨੇ। ਹੁਣ ਜਿਹੜਾ ਸਪਾਊਸ ਹੈ ਉਹ ਕੈਨੇਡਾ ਦੇ ਵਿੱਚ ਦਾਖਲ ਹੋ ਸਕਦਾ ਔਰ ਉਹਨਾਂ ਦੀ ਇਮੀਗ੍ਰੇਸ਼ਨ ਵੀ ਕੈਨੇਡਾ ਦੇ ਵਿੱਚ ਹੀ ਮਿਲੇਗੀ ਉਹਨਾਂ ਨੂੰ। ਸੋ ਪਰ ਜਿਵੇਂ ਜੇ ਰੱਬ ਨਾ ਕਰੇ ਇੱਥੇ ਆ ਕੇ ਉਹਨਾਂ ਦੀ ਨਹੀਂ ਬਣਦੀ, ਟੁੱਟ ਜਾਂਦਾ ਰਿਸ਼ਤਾ, ਨਹੀਂ ਇਕੱਠੇ ਰਹਿਣਾ ਚਾਹੁੰਦੇ, ਤੇ ਫਿਰ ਜਦੋਂ ਉਹਨਾਂ ਦੀ ਉਹ ਰਿਲੇਸ਼ਨ ਹੀ ਨਹੀਂ ਰਹਿੰਦੀ ਫਿਰ ਉਹਨਾਂ ਨੂੰ ਵਾਪਸ ਵੀ ਭੇਜਿਆ ਜਾਵੇ? ਬਿਲਕੁਲ, ਉਹ ਕਿਉਂਕਿ ਹਾਲੇ ਤੋਂ ਇਮੀਗ੍ਰੈਂਟ ਬਣੇ ਨਹੀਂ, ਕਿਉਂਕਿ ਜਦੋਂ ਰਿਮੂਵਲ ਪ੍ਰੋਸੀਡਿੰਗ ਕਿਸੇ ਦੇ ਅਗੇਂਸਟ ਜਦੋਂ ਸ਼ੁਰੂ ਹੁੰਦੀ ਹੈ ਤਾਂ ਜੇ ਤਾਂ ਉਹ ਪਰਮਨੈਂਟ ਹੈ ਫਿਰ ਉਹਨਾਂ ਦੇ ਜਿਹੜੀ ਲੀਗਲ ਇੰਪੈਡੀਮੈਂਟ ਹੈ ਜਾਂ ਉਹਨਾਂ ਦੇ ਲੀਗਲ ਜਿਹੜੇ ਰਾਈਟਸ ਨੇ ਜਿਹਦੇ ਕਰਕੇ ਬੰਦਾ ਇੱਥੇ ਰਹਿ ਸਕਦਾ ਉਹ ਡਿਫਰੈਂਟ ਹੁੰਦੇ ਨੇ। ਜੇ ਕੋਈ ਟੈਂਪਰੇਰੀ ਸਟੇਟਸ 'ਤੇ ਕੈਨੇਡਾ ਰਿਹਾ ਹੋਇਆ ਉਹਦੇ ਲਈ ਜਿਹੜੇ ਰਸਤੇ ਨੇ ਉਹ ਡਿਫਰੈਂਟ ਹੁੰਦੇ ਨੇ, ਉਹਨਾਂ ਨੂੰ ਕੈਨੇਡਾ 'ਚੋਂ ਕੱਢਣਾ ਬਹੁਤ ਆਸਾਨ ਹੁੰਦਾ। ਈਵਨ ਦੋ ਉਹ ਚੈਲੰਜ ਕਰ ਸਕਦੇ ਨੇ, ਰਿਮੂਵਲ ਨੂੰ ਚੈਲੰਜ ਕੀਤਾ ਜਾ ਸਕਦਾ, ਦੇयर ਇਜ਼ ਨੋ ਡਾਊਟ। ਇਮੀਗ੍ਰੇਸ਼ਨ ਡਿਵੀਜ਼ਨ ਜਿਹੜਾ ਸਭ ਤੋਂ ਪਹਿਲਾ ਚੈਨਲ ਹੈ ਉੱਥੇ ਤੁਸੀਂ ਅਪੀਲ ਕਰ ਦਿਓ ਨਾ। ਜਿਹੜਾ ਟੈਂਪਰੇਰੀ ਨੇਚਰ ਦਾ ਇੰਡੀਵਿਜੂਅਲ ਹੈ ਕੈਨੇਡਾ ਆਇਆ ਹੋਇਆ ਉਹਨੂੰ ਜੇ ਕੈਨੇਡਾ ਤੋਂ ਰਿਮੂਵ ਕਰਨਾ ਸਭ ਤੋਂ ਪਹਿਲਾਂ ਤਾਂ ਉਹਦੇ ਖਿਲਾਫ ਰਿਪੋਰਟ ਲਿਖੀ ਜਾਂਦੀ ਹੈ, ਫਿਰ ਉਹ ਤੋਂ ਬਾਅਦ ਉਹ ਰਿਪੋਰਟ ਨੂੰ ਟੈਸਟ ਕੀਤਾ ਜਾਂਦਾ। ਇਮੀਗ੍ਰੇਸ਼ਨ ਡਿਵੀਜ਼ਨ 'ਚ ਜਾ ਕੇ ਤੁਸੀਂ ਚੈਲੰਜ ਕਰਦੇ ਹੋ ਰਿਪੋਰਟ ਨੂੰ, ਉੱਥੇ ਜੱਜ ਸਾਹਿਬ ਦੇਖਦੇ ਨੇ ਲੀਗਲ ਵੈਲਿਡਿਟੀ, HNC ਗਰਾਊਂਡ ਨਹੀਂ ਦੇਖਿਆ ਜਾਂਦਾ ਉੱਥੇ। ਤਾਂ ਜੇ ਉਹ ਸਾਬਤ ਹੋ ਜਾਂਦਾ ਵੀ ਇਹ ਲੀਗਲੀ ਵੈਲਿਡ ਹੈ ਰਿਪੋਰਟ ਤੁਹਾਡੇ ਖਿਲਾਫ ਜਿਹੜੀ ਲਿਖੀ ਗਈ ਹੈ ਤੇ ਤੁਸੀਂ ਕੋਈ ਨਾ ਕੋਈ ਬਰੀਚ ਕੀਤੀ ਹੈ ਜਾਂ ਕੁਆਲੀਫਾਈ ਨਹੀਂ ਕਰਦੇ ਕਿਸੇ ਪਰਟੀਕੁਲਰ ਕੈਟਾਗਰੀ ਦੇ ਵਿੱਚ, ਤਾਂ ਤੁਹਾਨੂੰ ਰਿਮੂਵਲ ਆਰਡਰ ਜਿਹੜਾ ਉਹ ਜਿਹੜਾ ਹੈਗਾ ਕੰਟੀਨਿਊ ਰਹਿ ਜਾਂਦਾ ਤੇ ਤੁਹਾਨੂੰ ਕੈਨੇਡਾ ਤੋਂ ਰਿਮੂਵਲ ਰੈਡੀ ਬਣਾਇਆ ਜਾਂਦਾ ਨਾ। ਉਸ ਤੋਂ ਬਾਅਦ ਤੁਸੀਂ ਫੈਡਰਲ ਕੋਰਟ ਜਾ ਕੇ ਜੁਡੀਸ਼ੀਅਲ ਰਿਵਿਊ ਸੀਕ ਕਰ ਸਕਦੇ ਹੋ। ਇਹ ਲਾਸਟ ਜਿਹੜਾ ਹੈਗਾ ਤੁਹਾਡੇ ਕੋਲ ਰਸਤਾ ਹੈਗਾ ਜਿਹੜਾ ਤੁਹਾਨੂੰ ਕੈਨੇਡਾ ਦੇ ਵਿੱਚ ਰੋਕ ਸਕਦਾ। ਜੇ ਤੁਸੀਂ ਉੱਥੋਂ ਵੀ ਕੇਸ ਹਾਰ ਜਾਂਦੇ ਹੋ, ਜੁਡੀਸ਼ੀਅਲ ਰਿਵਿਊ ਤੁਹਾਡਾ ਪੋਜ਼ਿਟਿਵ ਨਹੀਂ ਆਉਂਦਾ, ਫਿਰ ਤੁਹਾਨੂੰ ਕੈਨੇਡਾ ਜਿਹੜਾ ਛੱਡ ਕੇ ਜਾਣਾ ਪੈਂਦਾ। ਬੜੀ ਵਧੀਆ ਇਨਫੋਰਮੇਸ਼ਨ ਹੈ। ਵੈਸੇ ਕਾਨੂੰਨ ਤਾਂ ਬੜੇ ਵਧੀਆ ਬਣਾਏ ਸਰਕਾਰ ਨੇ, ਪਰ ਕਿਤੇ ਨਾ ਕਿਤੇ ਅਸੀਂ ਆਪਣੀਆਂ ਗਲਤੀਆਂ ਕਰਕੇ ਇਹਨਾਂ ਨੂੰ ਤੋੜਦੇ ਮਰੋੜਦੇ ਰਹਿੰਦੇ ਆ। ਪਰ ਜੇ ਇਹ ਹੁਣ ਨਿਕਲੇ ਹੈਗੇ ਵਧੀਆ ਕਾਨੂੰਨ ਤੇ ਇਹਨਾਂ ਦਾ ਫਾਇਦਾ ਚੱਕਣਾ ਚਾਹੀਦਾ। ਸੋ ਕਿਵੇਂ ਤੁਹਾਨੂੰ ਕੰਟੈਕਟ ਕਰਕੇ ਕਿਵੇਂ ਤੁਹਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਆਨਲਾਈਨ, ਕਿਵੇਂ ਤੁਹਾਡੇ ਕੋਲੋਂ ਹੋਰ ਇਨਫੋਰਮੇਸ਼ਨ ਲਈ ਜਾ ਸਕਦੀ ਹੈ? ਜੀ ਸਾਡੀ ਵੈਬਸਾਈਟ ਹੈਗੀ ਹੈ ਵਰਲਡ ਵਾਈਡ, ਜੇ ਤੁਸੀਂ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ www.cwccanada.com। ਸਾਡੇ ਜਿਵੇਂ ਮਲਟੀਪਲ ਲੋਕੇਸ਼ਨਸ ਹੈਗੀਆਂ ਇੰਡੀਆ ਦੇ ਵਿੱਚ, ਸਾਡੇ ਆਫਿਸਿਸ ਹੈਗੇ ਆ, ਵੀਅਤਨਾਮ ਅਸੀਂ ਸਟਾਰਟ ਕੀਤਾ ਜੀ ਆਪਣਾ ਆਫਿਸ, ਇਸ ਦੇ ਨਾਲ ਨਾਲ ਦੁਬਈ ਦੇ ਵਿੱਚ ਹੈ, ਇਸ ਦੇ ਨਾਲ ਨਾਲ ਸਾਡੇ ਕੈਨੇਡਾ 'ਚ 3 ਜਗ੍ਹਾ 'ਤੇ ਆਫਿਸਿਸ ਹੈਗੇ ਆ ਜਿੱਥੋਂ ਅਸੀਂ ਸਰਵਿਸਿਜ਼ ਦਿੰਦੇ ਹਾਂ। ਜੇ ਸਰੀ ਆਫਿਸ ਨੂੰ ਕੰਟੈਕਟ ਕਰਨਾ ਤਾਂ ਵੈਬਸਾਈਟ 'ਤੇ ਉਹ ਇਨਫੋਰਮੇਸ਼ਨ ਹੈ, ਜਾਂ ਤੁਸੀਂ ਐਬੋਸਫੋਰਡ ਆਫਿਸ ਹੈ ਜਾਂ ਬਰੈਂਪਟਨ ਦੇ ਵਿੱਚ ਜਿਹੜਾ ਸਾਡਾ ਆਫਿਸ ਹੈ ਉਹਨਾਂ ਨੂੰ ਕੰਟੈਕਟ ਕਰਨਾ ਹੈ, ਜਾਂ ਇੰਡੀਆ ਦੇ ਕਿਸੇ ਆਫਿਸ ਨੂੰ ਕੰਟੈਕਟ ਕਰਨਾ ਹੈ ਤਾਂ www.cwccanada.com ਤੇ ਜਾ ਕੇ ਸਾਰੇ ਆਫਿਸਿਸ ਦੇ ਨੰਬਰ ਦੇ ਲੋਕੇਸ਼ਨਸ ਹੈਗੀਆਂ। ਕੀ ਮੈਸੇਜ ਹੋਊਗਾ ਸਾਰਿਆਂ ਦੇ ਲਈ ਤੁਹਾਡਾ? ਮੈਂ ਇਹੀ ਜ਼ਿਕਰ ਕਰੂੰਗਾ ਵੀ ਜਿਹੜਾ ਵੀਜ਼ਾ ਆਫਿਸਰ ਦਾ ਡਿਸੀਜਨ ਉਹ ਫੁੱਲ ਐਂਡ ਫਾਈਨਲ ਡਿਸੀਜਨ ਨਹੀਂ ਹੁੰਦਾ। ਜਦੋਂ ਤੁਹਾਡਾ ਕੋਈ ਕੇਸ ਨਾਮਨਜ਼ੂਰ ਹੁੰਦਾ ਪਲੀਜ਼ ਸਾਨੂੰ ਕੰਟੈਕਟ ਕਰਿਆ ਕਰੋ। ਅਸੀਂ ਐਟਲੀਸਟ ਤੁਹਾਨੂੰ ਦੱਸ ਸਕਦੇ ਹਾਂ ਵੀ ਜੇ ਤੁਹਾਡੇ ਕੋਲ ਅਪੀਲ ਰਾਈਟ ਹੈ ਤਾਂ ਤੁਸੀਂ ਅਪੀਲ ਦੇ ਰਾਹੀਂ ਆਪਣੀ ਐਪਲੀਕੇਸ਼ਨ ਨੂੰ ਥਰੂ ਕਰਾ ਸਕਦੇ ਹੋ। ਜੇ ਵੀਜ਼ਾ ਆਫਿਸਰ ਦਾ ਡਿਸੀਜਨ ਜਸਟੀਫਾਈਡ ਹੈ ਤਾਂ ਵੀ ਤੁਹਾਨੂੰ ਐਟਲੀਸਟ ਇਨਫੋਰਮੇਸ਼ਨ ਮਿਲ ਜਾਂਦੀ ਹੈ, ਔਰ ਇਹ ਸਾਰੀ ਇਨਫੋਰਮੇਸ਼ਨ ਫ੍ਰੀ ਆਫ ਕਾਸਟ ਹੈ, ਕੋਈ ਉੱਤੇ ਖਰਚਾ ਨਹੀਂ ਹੁੰਦਾ ਤੁਹਾਡਾ। ਤੇ ਇਹ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਆਮ ਕਰਕੇ ਇਹ ਧਾਰਨਾ ਹੈਗੀ ਹੈ ਵੀ ਜਦੋਂ ਵੀ ਵੀਜ਼ਾ ਆਫਿਸਰ ਕੇਸ ਰਿਫਿਊਜ਼ ਕਰ ਦਿੰਦਾ ਤਾਂ ਫਿਰ ਤੁਸੀਂ ਘਰ ਬੈਠ ਜਾਂਦੇ ਹੋ ਸੋਚ ਕੇ ਵੀ ਮੇਰਾ ਕੇਸ ਰਿਫਿਊਜ਼ ਹੋ ਗਿਆ, ਅੱਗੇ ਕੁਝ ਹੋ ਨਹੀਂ ਸਕਦਾ। ਇੱਕ ਗਿਣਿਆ ਮਿਥਿਆ ਸਮਾਂ ਦਿੱਤਾ ਜਾਂਦਾ ਜਦੋਂ ਤੁਸੀਂ ਅਪੀਲ ਕਰ ਰਹੀ ਹੁੰਦੀ ਹੈ, ਉਹਦੇ ਬਾਰੇ ਤੁਸੀਂ ਜਿਹੜੀ ਮੁਕੰਮਲ ਸਾਡੇ ਤੋਂ ਸਲਾਹ ਲੈ ਸਕਦੇ ਹੋ ਜੀ। ਥੈਂਕ ਯੂ ਫॉर योर टाइम ਅਮਨ ਜੀ, ਔਰ ਨੈਕਸਟ ਟਾਈਮ ਫਿਰ ਮੁਲਾਕਾਤ ਹੋਵੇਗੀ। ਥੈਂਕ ਯੂ ਜੀ। ਬਿਲਕੁਲ ਜੀ, ਜਦੋਂ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਤੇ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਅਸੀਂ ਕਿਸੇ ਭਰੋਸੇਯੋਗ ਇਨਸਾਨ ਦੇ ਨਾਲ ਗੱਲ ਕਰੀਏ, ਇਹੋ ਜੀ ਫਰਮ ਨੂੰ ਜਾ ਕੇ ਮਿਲੀਏ ਜਿੱਥੋਂ ਸਾਨੂੰ ਸਹੀ ਸਲਾਹ ਮਿਲੇਗੀ। ਸੋ CWC ਇਮੀਗ੍ਰੇਸ਼ਨ ਦੇ ਵੱਖ-ਵੱਖ ਜਗ੍ਹਾ ਤੇ ਆਫਿਸਿਸ ਨੇ, ਤੁਸੀਂ ਇਹਨਾਂ ਨੂੰ ਵੈਬਸਾਈਟ ਤੇ ਇਹਨਾਂ ਦੀ ਤੇ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਗਲਤ ਕਰਨ ਨਾਲੋਂ ਪਹਿਲਾਂ ਇੱਕ ਸਹੀ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਆ। ਸੋ ਕੋਈ ਵੀ ਤੁਹਾਨੂੰ ਇਹਨਾਂ ਅੱਜ ਦੇ ਪ੍ਰੋਗਰਾਮ ਦੇ ਰਿਗਾਰਡਿੰਗ ਕੋਈ ਵੀ ਤੁਹਾਡਾ ਸਵਾਲ ਹੋਵੇ, ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਨੂੰ, ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਰਾਬਤਾ ਕਾਇਮ ਕਰ ਸਕਦੇ ਹੋ। ਅਗਲੀ ਵਾਰ ਵੇ ਟੂ ਗੋ ਦੇ ਵਿੱਚ ਫਿਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਹੋਰ ਵਧੀਆ ਜਾਣਕਾਰੀ
ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਤੁਸੀਂ ਰੱਖਿਓ ਖਿਆਲ। ਸਤਿ ਸ਼੍ਰੀ ਅਕਾਲ ਜੀ।